तेरी पनह खुदाए तू बख्शंदगी, शेख फरीदा खैर दीजै बंदगी। तेरी पनह खुदाए तू बख्शंदगी, शेख फरीदा जाको हर रंग लागो इस जुग में, सो कहियत है सूरा। आत्म जिनै सगल वसता कै, जाका सतगुर पूरा। कहाँ बुद्ध प्रभु तुच्छ हमारी, बरन सकै महिमा जो तिहारी। हम ना सकत कार सिफत तुम्हारी, आप लेहो तुम कथा सुधारी। दीन दुनिया दे पातशाह गुरता गद्दी ते विराजमान दसां पातशाहियां दे स्वरूप सतगुरु श्री गुरु ग्रंथ साहिब सच्चे पातशाह जी आप जी की पावन हजूरी विच पहुंचे बहुत ही सत्कारयोग सन्मानयोग गुरमुख प्यारे सत्संगी जनों, कुछ कहण तो पहला एक बारी फतेह की सांझ करिए। प्यार सहित आखो जी वाहिगुरु जी का खालसा वाहिगुरु जी की फतेह। अठवां साहिबजादे शहीदी समागम जो आए साल हावड़ी नगर की संगत वालों इलाका निवासी संगत वालों साहिबजादियां दी प्यार विच मनाया जाता है और गुरु की खुशियां साहिबजादियां दी खुशियां प्राप्त कीतियां जांदियां हन। उस संबंध दे विच आए साल हर रोज़ 2 दिन पहला दास की हाज़री हुंदी है। सो अज फिर आपां कुछ समा विचार करांगे। जिवें सतगुरु जी ने श्री मुख वाक दे विच जो सत्कारयोग हैड ग्रंथी साहब ज्ञानी गुरजिंदर सिंह जी ने सतगुरां दे बचन आप जी नूं सरवण कराए हन, उहदे अंदर नाम की विशेषता ते महत्ता का जिक्र किया कि साडी जिंदगी का जिहड़ा सब तो मुख कारज है और साडी जिंदगी दियां जिन्नियां भी जरूरतां ने जिन्नियां लोड़ां ने, आवाज़ थोड़ी जी गूंजदी है, वो टोटल जिवें इंज कह लीए कि कई बारी इक्को चाबी दे नाल सारे ही ताले खुल जाते हैं। जिवें कई ताले कई रुकावटां ने कई समस्या ने, एक आपां भावें 100 चाबियां साडे कोल होण ते ताला एक भी ना खुले, दरवाजा जंदरा एक भी ना खुले, ते एक वो चाबी है जिहदे नाल सारे ही ताले खुल जाण।
ਤਾਂ ਉਹ ਚਾਬੀ ਕਿਹੜੀ? ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ। ਉਹ ਕਹਿੰਦੇ ਨੇ ਹਰ ਇੱਕ ਬੰਦਾ, ਹਰ ਇੱਕ ਮਨੁੱਖ ਕੁਝ ਨਾ ਕੁਝ ਮਨ ਦੇ ਵਿੱਚ ਤਕਰੀਬਨ ਇਹ ਇੱਛਾ ਹੁੰਦੀ ਹੈ ਕਿ ਮੈਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਏ। ਫਿਰ ਉਹਦਾ ਸਾਧਨ ਕੀ ਹੈ? ਉਹਦਾ ਸਾਧਨ ਮਹਾਰਾਜ ਕਹਿੰਦੇ ਸਭੇ ਥੋਕ ਪ੍ਰਾਪਤੇ ਜੇ ਇੱਕ ਹਾਵੈ ਹੱਥ। ਜਿੰਨੇ ਥੋਕ ਦਾ ਮਤਲਬ ਹੈ ਜਿੰਨੇ ਵੀ ਪਦਾਰਥ ਮਨੁੱਖ ਦੀ ਇੱਛਾ ਹੈ, ਮਨੁੱਖ ਦੀ ਲੋੜ ਹੈ, ਉਹ ਜਿਹੜੇ ਪਦਾਰਥ ਨੇ ਅੱਗੋਂ ਇੱਕ ਅਲੱਗ ਤੋਂ ਗੱਲ ਹੈ ਵੀ ਬਾਣੀ ਪਦਾਰਥ ਕਿਹਨੂੰ ਮੰਨਦੀ ਹੈ। ਬਾਣੀ ਕਿਸ ਨੂੰ ਪਦਾਰਥ ਕਹਿੰਦੀ ਹੈ? ਬਾਣੀ ਸਾਡੀ ਸੋਚ ਦੇ ਮੁਤਾਬਕ ਠੀਕ ਹੈ, ਇੱਥੇ ਸੰਸਾਰ ਵਿੱਚ ਰਹਿਣ ਲਈ ਬੰਦੇ ਨੂੰ ਕੁੱਲੀ ਗੁੱਲੀ ਜੁੱਲੀ ਦੀ ਲੋੜ ਹੈ, ਸਰੀਰਕ ਲੋੜਾਂ ਨੇ, ਪਰ ਬਾਣੀ ਦੇ ਵਿੱਚ ਇੱਕ ਹੋਰ ਪਦਾਰਥ ਦਾ ਵੀ ਵਰਣਨ ਆਇਆ ਹੈ। ਜਦੋਂ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਉੱਥੇ ਨਾਮ ਨੂੰ ਵੀ ਇੱਕ ਪਦਾਰਥ ਦੇ ਨਾਲ ਤੁਲਨਾ ਦਿੱਤੀ ਗਈ ਹੈ। ਨਾਮ ਵੀ ਇੱਕ ਪਦਾਰਥ ਹੈ। ਤਾਂ ਇਹਦਾ ਮਤਲਬ ਨਾਮ ਸਾਡੀ ਜ਼ਿੰਦਗੀ ਦਾ ਸਭ ਤੋਂ ਮਹਿੰਗਾ ਹੀਰਾ ਹੈ। ਔਰ ਸਾਰੇ ਸ਼ਬਦ ਦੇ ਵਿੱਚ, ਸਾਰੇ ਸ੍ਰੀ ਮੁਖ ਵਾਕ ਦੇ ਵਿੱਚ ਵਾਰ-ਵਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਨਾਮ ਸਭ ਤੋਂ ਵਿਸ਼ੇਸ਼ ਪੂੰਜੀ ਹੈ। ਮੇਰੇ ਖਿਆਲ ਮੈਂ ਇੱਕ ਕਰ ਦਿਓ, ਆਪੇ ਠੀਕ ਹੋ ਜਾਣਾ। ਆ ਪਾਸੇ ਕਰ। ਤਾਂ ਨਾਮ ਸਭ ਤੋਂ ਵਿਸ਼ੇਸ਼ ਇੱਕ ਖਾਸ ਪੂੰਜੀ ਹੈ ਜਿਹੜੀ ਮਨੁੱਖ ਦੇ ਲੋਕ ਪਰਲੋਕ ਦੇ ਸਾਰੇ ਕਾਰਜ ਪੂਰੇ ਕਰਦੀ ਹੈ। ਕਿਉਂਕਿ ਸਾਨੂੰ ਲੋਕ ਦੇ ਵੀ ਸਾਡੀ ਲੋੜ ਹੈ, ਤੇ ਕੱਲਾ ਲੋਕ ਮਨੁੱਖ ਦਾ ਜੀਵਨ ਨਹੀਂ, ਪਰਲੋਕ ਵੀ ਜੀਵਨ ਹੈ। ਭਾਵੇਂ ਕਿ ਸਾਧਕਾਂ ਨੇ ਮੰਨਿਆ ਕਿ ਪਰਲੋਕ ਕੇਵਲ ਸਰੀਰ ਛੱਡਣ ਤੋਂ ਬਾਅਦ ਸ਼ੁਰੂ ਨਹੀਂ ਹੁੰਦਾ, ਇੱਥੇ ਸਰੀਰ ਦੇ ਵਿੱਚ ਰਹਿੰਦਿਆਂ ਵੀ ਜਦੋਂ ਅਸੀਂ ਅੰਤਰਮੁਖੀ ਹੋ ਕੇ ਸ਼ਬਦ ਨਾਲ ਜੁੜਦੇ ਹਾਂ ਤੇ ਉਦੋਂ ਮਨੁੱਖ ਪਰਲੋਕ ਵਿੱਚ ਚਲਾ ਜਾਂਦਾ ਹੈ। ਇੱਕ ਤੇ ਪਰਲੋਕ ਹੋਇਆ ਨਾ ਵੀ ਸਰੀਰ ਤਿਆਗਿਆ ਤੇ ਫਿਰ ਅਸੀਂ ਪਰਲੋਕ ਗਏ ਹਾਂ, ਤੇ ਉੱਥੇ ਸਾਡੀ ਅਲੱਗ ਦੁਨੀਆ, ਇਹ ਸਰੀਰ ਉੱਥੇ ਨਹੀਂ ਜਾਂਦਾ। ਇੱਕ ਅਗਲੀ ਗੱਲ ਹੈ ਕਿ ਪਰਲੋਕ, ਇੱਥੇ ਰਹਿੰਦਿਆਂ ਵੀ ਮਨੁੱਖ ਪਰਲੋਕ ਦੇ ਵਿੱਚ ਜਾ ਸਕਦਾ ਹੈ। ਜਿਵੇਂ ਕਿ ਸ਼ਹੀਦ ਸ਼ਬਦ ਹੈ। ਸ਼ਹੀਦ ਦਾ ਮਤਲਬ ਕੀ ਹੁੰਦਾ? ਅਸੀਂ ਕਹਿੰਦੇ ਹਾਂ ਫਲਾਣਾ ਸ਼ਹੀਦ ਹੋਇਆ ਹੈ, ਜਾਂ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਤੇ ਆਪਾਂ ਕਹਿੰਦੇ ਹਾਂ ਸਾਹਿਬਜ਼ਾਦੇ ਸਾਡੇ ਅਮਰ ਸ਼ਹੀਦ ਨੇ। ਉੱਥੇ ਅਰਦਾਸ ਵੀ ਗੁਰਦੁਆਰਾ ਸਾਹਿਬ ਜੋਤੀ ਸਰੂਪ ਸਾਹਿਬ ਹੁੰਦੀ ਹੈ। ਜਦੋਂ ਸਾਹਿਬਜ਼ਾਦਿਆਂ ਦਾ ਨਾਮ ਲਿਆ ਜਾਂਦਾ ਤੇ ਉੱਥੇ ਉਹਨਾਂ ਨੂੰ ਅਮਰ ਸ਼ਹੀਦ ਕਿਹਾ ਜਾਂਦਾ। ਪਹਿਲਾਂ ਤੇ ਅਮਰ ਸ਼ਬਦ ਦੇ ਅਰਥ ਨੇ ਅਮਰ, ਯਾਨੀ ਕਿ ਜੋ ਮਰਦਾ ਹੀ ਨਹੀਂ, ਜਿਹਦੀ ਕਦੀ ਮੌਤ ਨਹੀਂ ਹੁੰਦੀ, ਤੇ ਉੱਥੇ ਸ਼ਬਦ ਵਰਤਿਆ ਜਾਂਦਾ ਹੈ ਕਿ ਉਹ ਸ਼ਹੀਦ ਹੋ ਗਏ ਨੇ। ਹੁਣ ਸ਼ਹੀਦ ਦੇ ਸੰਬੰਧ ਵਿੱਚ ਠੀਕ ਹੈ, ਆਪਣੀ ਆਸਥਾ ਹੈ ਕੋਈ ਮਨੁੱਖ, ਅਸੀਂ ਮਨੁੱਖੀ ਤੌਰ ਤੇ ਵੀ ਉਹਨਾਂ ਨੂੰ ਯਾਦ ਕਰਨਾ ਹੈ ਕਿ ਉਹਨਾਂ ਤੇ ਕਿੰਨੇ ਤਸ਼ੱਦਦ, ਕਿੰਨੇ ਤਸੀਹੇ ਦਿੱਤੇ ਗਏ, ਉਹਨਾਂ ਨੂੰ ਮਹਿਸੂਸ ਕਰਾਂਗੇ ਤੇ ਹੋ ਸਕਦਾ ਹੈ ਸਾਡੀ ਬੁੱਧੀ ਇਸ ਸੰਸਾਰ ਦੇ ਤਲ ਤੋਂ ਉੱਚੀ ਉੱਠ ਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜੇ। ਪਰ ਇੱਕ ਗੱਲ ਜਿਹੜੀ ਯਥਾਰਥ ਅਸਲੀਅਤ ਦੇ ਵਿੱਚ ਹੈ, ਸ਼ਹੀਦ ਦਾ ਮਤਲਬ ਹੁੰਦਾ ਹੈ ਜਿਹਦੀ ਸਰੀਰਕ ਜ਼ਿੰਦਗੀ ਤੱਕ ਉਹਦੀ ਜ਼ਿੰਦਗੀ ਸੀਮਤ ਨਹੀਂ ਹੁੰਦੀ, ਸਰੀਰ ਦੇ ਖਤਮ ਹੋਣ ਤੋਂ ਬਾਅਦ ਉਹਦੀ ਜ਼ਿੰਦਗੀ ਅਗਲੇਰੀ ਲੰਮੀ ਜ਼ਿੰਦਗੀ ਸ਼ੁਰੂ ਹੁੰਦੀ, ਜਿਹਦਾ ਕੋਈ ਸਮੇਂ ਤੇ ਕਾਲ ਦੇ ਵਿੱਚ ਬੰਧਨ ਨਹੀਂ ਹੈ, ਉਹਦੀ ਜ਼ਿੰਦਗੀ ਅੱਗੇ ਸ਼ੁਰੂ ਹੁੰਦੀ ਹੈ। ਇਸ ਕਰਕੇ ਇਸ ਸੰਬੰਧ ਦੇ ਵਿੱਚ ਵੀ ਸਾਡੇ ਵਿੱਚ ਦੋ ਪੱਖ ਨੇ। ਕਈ ਵਾਰੀ ਅਸੀਂ ਸਮਾਗਮਾਂ ਤੇ ਜਾਂਦੇ ਹਾਂ, ਕੁਝ ਆਪਣੇ ਪਰਸਨਲ ਤੌਰ ਤੇ, ਨਿੱਜੀ ਤੌਰ ਤੇ ਕੋਈ ਗੁਰਸਿੱਖ ਗੁਰੂ ਦੇ ਪਿਆਰ ਵਿੱਚ ਜਿੰਨੀ ਵੀ ਕੋਈ ਆਪਣੇ ਪਰਸਨਲ ਘਰ ਦੇ ਵਿੱਚ ਸਾਧਨਾ ਕਰਦਾ ਹੈ, ਉਹਦੀ ਮਰਜ਼ੀ ਹੈ। ਪੁਰਾਣੇ ਸਿੱਖ ਸਨ, ਅੱਜ ਵੀ ਨੇ, ਕਿ ਜਦੋਂ 13 ਪੋਹ ਆਉਂਦੀ ਉਦੋਂ 2-2 ਮਹੀਨੇ ਪਹਿਲਾਂ ਪੁਰਾਣੇ ਕੱਪੜੇ ਤੇ ਭੋਏ ਤੇ ਸੌਣਾ, ਸਾਦਾ ਖਾਣਾ ਵੀ ਉਹਨਾਂ ਦੀ ਯਾਦ ਵਿੱਚ। ਇਹਦੇ ਨਾਲ ਇੱਕ ਯਾਦ ਤਾਜ਼ਾ ਹੁੰਦੀ ਹੈ।
ਪਰ ਜਦੋਂ ਅਸੀਂ ਸ਼ਖਸੀ ਤੌਰ ਤੇ ਕਰਨੇ ਆ, ਜਦੋਂ ਅਸੀਂ ਸੰਗਤੀ ਤੌਰ ਤੇ ਕਰਨੇ ਆ, ਤੇ ਉੱਥੇ ਕਈ ਵਾਰੀ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਭੋਜਨ ਹੈ ਇਹ ਬਿਲਕੁਲ ਕਹਿੰਦੇ ਮਤਲਬ ਉਹ ਤਾਂ ਚਲੇ ਗਏ, ਇੱਕ ਸੋਗ ਵਾਂਗੂ ਪੇਸ਼ ਕੀਤਾ ਜਾਏ ਵੀ ਭੋਜਨ ਜਿਹੜਾ ਇਹਦੇ ਵਿੱਚ ਕੋਈ ਵਧੀਆ ਪਦਾਰਥ ਨਹੀਂ ਬਣਨੇ ਚਾਹੀਦੇ। ਹੁਣ ਜਿਨ੍ਹਾਂ ਨੂੰ ਤੇ ਇਹ ਹੈ ਕਿ ਉਹ ਚਲੇ ਗਏ ਉਹ ਤੇ ਜੋ ਮਰਜ਼ੀ ਕਰਨ, ਪਰ ਜਿਨ੍ਹਾਂ ਵਾਸਤੇ ਉਹ ਜੀਵਨ ਜਿਉਂਦੇ ਨੇ ਪਏ ਅਜੇ ਵੀ ਉਸੇ ਤਰ੍ਹਾਂ ਕਾਇਮ ਨੇ ਔਰ ਉਹਨਾਂ ਦੀਆਂ ਉਦਾਹਰਨਾਂ ਮਿਲਦੀਆਂ ਨੇ। ਜਿਨ੍ਹਾਂ ਦਾ ਜੀਵਨ ਅਜੇ ਵੀ ਕਾਇਮ ਹੈ ਉਹਨਾਂ ਦੇ ਸਮਾਗਮ ਕਦੀ ਆਮ ਮਨੁੱਖ ਵਾਂਗੂ ਸੋਗਮਈ ਨਹੀਂ ਕੀਤੇ ਜਾਂਦੇ। ਸੋਗਮਈ ਸੰਸਾਰੀ ਮਨੁੱਖ ਦਾ ਭੋਗ ਹੈ, ਕਿਉਂਕਿ ਉਹਦਾ ਸਰੀਰਕ ਜੀਵਨ ਸਮਾਪਤ ਹੋ ਗਿਆ ਤੇ ਅੱਗੇ ਉਹ ਨਵੀਆਂ ਪਰਮਾਤਮਾ ਤੇ ਗੁਰੂ ਜਾਣਦਾ ਉਹ ਕਿਹੜੀ ਜੂਨ ਵਿੱਚ ਪਿਆ ਹੈ। ਪਰ ਸ਼ਹੀਦ ਦਾ ਜੀਵਨ, ਸਿਆਣੇ ਕਹਿੰਦੇ ਨੇ ਸੰਸਾਰੀ ਦਾ ਜੀਵਨ ਸਰੀਰ ਦੇ ਜੀਵਨ ਤੋਂ ਬਾਅਦ ਖਤਮ ਹੋ ਜਾਂਦਾ ਹੈ ਤੇ ਉਹ ਨਵੇਂ ਸਰੀਰ ਦੀ ਖੋਜ ਕਰਦਾ ਹੈ। ਪਰ ਸ਼ਹੀਦ ਇੱਕ ਜੂਨ ਹੈ, ਉਹ ਇਸ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਉਸ ਨਵੇਂ ਸਰੀਰ ਨੂੰ ਧਾਰਨ ਕਰ ਲੈਂਦਾ ਹੈ। ਉਹਦੇ ਵਿੱਚ ਆਪਣੀ ਗਤੀ ਦੇ ਮੁਤਾਬਕ ਵਰਤਦਾ ਹੈ, ਉਹ ਕੋਈ ਬੰਧਨ ਦੇ ਵਿੱਚ ਨਹੀਂ, ਉਹ ਕੋਈ ਆਮ ਮਨੁੱਖ ਵਾਂਗੂ ਨਹੀਂ ਹੈ। ਖੈਰ ਇਹ ਅਲੱਗ ਤੋਂ ਇੱਕ ਵੱਖ ਵਿਸ਼ਾ ਹੈ। ਮੈਂ ਕੱਲ ਇੱਕ ਵਿਸ਼ਾ ਵਿੱਚ ਛੱਡਿਆ ਸੀ, ਉਹਦੇ ਸੰਬੰਧ ਦੇ ਵਿੱਚ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ। ਉਹ ਵਿਸ਼ਾ ਸੀ ਕਿ ਦੁੱਖ। ਅੱਜ ਦੇ ਮੁੱਖ ਵਾਕ ਦੇ ਵਿੱਚ ਵੀ ਉਹਦਾ ਇਲਾਜ ਵੀ ਦੱਸਿਆ। ਕੱਲ ਮੈਂ ਛੋਟਾ ਜਿਹਾ ਟੂਕ ਮਾਤਰ ਦਿੱਤਾ ਸੀ ਕਿ ਜਿੰਨੇ ਵੀ ਸਮੱਸਿਆ ਨੇ, ਜਿਵੇਂ ਬੇਨਤੀ ਕੀਤੀ ਕਿ ਇੱਕੋ ਚਾਬੀ ਦੇ ਨਾਲ ਸਾਰੇ ਤਾਲੇ ਖੁੱਲ ਜਾਣ, ਉਹਨੂੰ ਮਹਾਰਾਜ ਕਹਿੰਦੇ ਸਭੇ ਥੋਕ ਪ੍ਰਾਪਤੇ ਜੇ ਇੱਕ ਆਵੇ ਹੱਥ। ਜੇ ਤੇਰੇ ਅੰਦਰ ਇੱਕ ਨਾਮ ਦੀ ਦਾਤ ਟਿਕ ਜਾਏ, ਗੁਰੂ ਕਾ ਸ਼ਬਦ, ਜੇ ਤੂੰ 24 ਘੰਟਿਆਂ ਦੇ ਵਿੱਚ ਕੁਝ ਸਮਾਂ ਕੱਢ ਕੇ ਨਾਮ ਦਾ ਜਾਪ ਆਪਣੀ ਰਸਨਾ ਨਾਲ ਕਰਨਾ ਹੈ ਤੇ ਇੱਕ ਦਿਨ ਜਪਦਿਆਂ ਜਪਦਿਆਂ ਹੌਲੀ ਹੌਲੀ ਤੇਰੇ ਅੰਦਰ ਇੱਕ ਇਸ ਤਰ੍ਹਾਂ ਦਾ ਪ੍ਰਕਾਸ਼, ਇਸ ਤਰ੍ਹਾਂ ਦੀ ਸੋਝੀ, ਇਸ ਤਰ੍ਹਾਂ ਦੀ ਇੱਕ ਅਵਸਥਾ ਬਣੇਗੀ ਕਿ ਤੈਨੂੰ ਪਤਾ ਲੱਗੇਗਾ ਵੀ ਇਸ ਸਰੀਰ ਤੋਂ ਇੱਕ ਕੋਈ ਅਗਲਾ ਨਵਾਂ ਵੀ ਜੀਵਨ ਹੈ ਇਹਦੇ ਵਿੱਚ ਰਹਿੰਦਿਆਂ। ਹਾਂ, ਨਾਮ ਇੱਕ ਦੋ ਪੱਖਾਂ ਦੇ ਵਿੱਚ ਆਉਂਦਾ ਹੈ। ਇੱਕ ਇਹ ਨਾਮ ਰਸਨਾ ਦੇ ਨਾਲ ਜਪਣਾ, ਇਹ ਪਹਿਲੇ ਨੰਬਰ ਤੇ ਹੈ। ਸਭ ਤੋਂ ਪਹਿਲਾਂ ਬਾਣੀ ਤੇ ਤੁਸੀਂ ਇੱਕ ਨਹੀਂ ਅਨੇਕ ਸ਼ਬਦ ਪੜੋਗੇ ਜਿਹਦੇ ਨਾਲ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਹੁਕਮ ਦਿੱਤਾ ਹੈ ਕਿ ਗੁਰੂ ਕਾ ਸਿੱਖ ਉਹਨੂੰ ਹੀ ਕਹਿੰਦੇ ਨੇ ਜਿਹੜਾ 24 ਘੰਟਿਆਂ ਬਾਅਦ ਕੁਝ ਨਾ ਕੁਝ ਟਾਈਮ ਕੱਢ ਕੇ, ਹੁਣ ਇੱਥੇ ਕਿਉਂਕਿ ਅਸੀਂ ਹੁਣ ਅੱਜ ਕੱਲ ਇਹ ਕਹਿੰਦੇ ਆ ਸਾਡੇ ਕੋਲ ਟਾਈਮ ਹੈ ਨਹੀਂ, ਟਾਈਮ ਸਾਰਿਆਂ ਦੇ ਕੋਲ ਹੈ। ਤੁਸੀਂ ਕਦੀ 24 ਘੰਟਿਆਂ ਦੇ ਵਿੱਚੋਂ ਆਪਣੇ ਸਾਰੇ ਦਿਨ ਦੀ ਚਰਿਆ ਇੱਕ ਦਿਨ ਡਾਇਰੀ ਤੇ ਲਿਖ ਕੇ ਵੇਖੋ। ਅਸੀਂ 24 ਘੰਟਿਆਂ ਦੇ ਵਿੱਚੋਂ 5-6 ਘੰਟੇ ਰੋਜ਼ ਐਸੇ ਨੇ ਜਿਨ੍ਹਾਂ ਜਿਸ 5-6 ਘੰਟਿਆਂ ਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਕੰਮ ਦੀ ਲੋੜ ਨਹੀਂ ਸੀ, ਜਿਹਦੇ ਵਿੱਚ ਅਸੀਂ ਬੈਠੇ ਰਹੇ, ਕਿਸੇ ਨਾਲ ਗੱਲਾਂ ਕਰਦੇ ਰਹੇ, ਬੇਕਾਰ ਦੇ ਵਿੱਚ ਬਹਿ ਕੇ ਸੋਚੀ ਗਏ, ਆਉਣ ਵਾਲੇ ਸਮੇਂ ਬਾਰੇ ਸੋਚੀ ਗਏ, ਲੰਘੇ ਸਮੇਂ ਬਾਰੇ ਸੋਚੀ ਗਏ। ਉਹਦੀ ਲੋੜ ਹੈ ਨਹੀਂ ਸੀ। ਜਾਂ ਫੋਨ ਅੱਜ ਕੱਲ੍ਹ ਆ ਗਿਆ, ਹੁਣ ਇਹ ਟਾਈਮ ਬੜਾ ਖਾਂਦਾ ਹੈ। ਉੱਥੋਂ ਪਤਾ ਲੱਗੇਗਾ ਵੀ 5 ਘੰਟਿਆਂ ਵਿੱਚ, 24 ਘੰਟਿਆਂ ਵਿੱਚ 5-6 ਘੰਟੇ ਤਾਂ ਬੰਦਾ ਐਵੇਂ ਗਵਾ ਹੀ ਦਿੰਦਾ ਹੈ ਤੇ ਮਹਾਰਾਜ ਤੇ 5-6 ਘੰਟੇ ਕਹਿੰਦੇ ਵੀ ਨਹੀਂ। ਗੁਰੂ ਸਾਹਿਬ ਨੇ ਠੀਕ ਹੈ ਸਿੱਖ ਨੂੰ 5 ਬਾਣੀਆਂ ਦਿੱਤੀਆਂ ਨੇ ਵੀ ਘੱਟੋ ਘੰਟਾ ਕੁ ਲੱਗਦਾ ਉਹਦੇ ਵਿੱਚ ਜਪ ਲਵੇ, ਸ਼ਾਮ ਨੂੰ ਰਹਿ ਰਸ ਕਰ ਲਵੇ ਜਾਂ ਉਦੋਂ ਘੱਟ ਵੀ ਕਰ ਲੈ, ਜਿੰਨਾ ਘੱਟ ਤੋਂ ਘੱਟ ਇੱਕ ਜਪਜੀ ਸਾਹਿਬ ਕਰ ਲੈ ਪਿਆਰ ਦੇ ਨਾਲ। ਕੁਝ ਨਹੀਂ ਆਉਂਦਾ ਸਤਿਨਾਮ ਵਾਹਿਗੁਰੂ ਕਰੇ, ਪਰ ਜੇ ਉਹ 15 ਮਿੰਟ ਗੁਰਬਾਣੀ ਵਿੱਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਜਪਣ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਵਿੱਚ ਉਸ ਅਵਸਥਾ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਹਦੇ ਵਿੱਚ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉਹਦੇ ਕੰਮਾਂ ਦੇ ਵਿੱਚ ਵੀ, ਤੁਰਦਿਆਂ ਫਿਰਦਿਆਂ ਵੀ, ਬਹਿੰਦਿਆਂ ਵੀ, ਸੁੱਤਿਆਂ ਵੀ, ਉੱਠਦਿਆਂ ਵੀ, ਜਾਗਦਿਆਂ, ਰੋਟੀ ਖਾਂਦਿਆਂ ਨਾਮ ਲਗਾਤਾਰ ਚੱਲੀ ਜਾਂਦਾ ਹੈ। ਪਰ ਉਹ ਨਾਮ ਤਾਂ ਚੱਲੇਗਾ ਗੁਰੂ ਕੇ ਸਵਾਰਿਓ ਜੇ ਘੰਟਾ ਚੌਂਕੜਾ ਲਾ ਕੇ ਤੇ ਜਪਿਆ ਹੈ, ਵੈਸੇ ਨਹੀਂ ਚੱਲੇਗਾ। ਆਪਾਂ ਸਿੱਧਾ ਕਹਿ ਦਈਏ ਵੀ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਜਨ ਕੈ ਸਦਕਾਮ। ਹੁਣ ਅਰਥ ਤੇ ਗੁਰਬਾਣੀ ਹੈ, ਗੁਰਬਾਣੀ ਦੇ ਅਰਥ ਤੇ ਗੁਰਬਾਣੀ ਦੇ ਅਰਥ ਦੇ ਸਿਆਣੇ ਕਹਿੰਦੇ ਨੇ ਜਿਹੜੇ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਉਹ ਕਹਿੰਦੇ ਨੇ ਕੰਡਾ ਵੱਜ ਜਾਏ ਬੰਦੇ ਨੂੰ, ਕੰਡਾ ਚੁੱਭ ਜਾਏ ਤੇ ਕੰਡੇ ਨਾਲ ਹੀ ਨਿਕਲਦਾ ਹੈ।
ਕੰਡਾ ਵੱਜ ਜਾਏ ਤੇ ਸੂਈ ਨੂੰ ਕੰਡਾ ਕਹਿ ਲਓ, ਭਾਵੇਂ ਸੂਈ ਲੋਹੇ ਦੀ ਹੁੰਦੀ ਹੈ, ਤੇ ਜੇ ਸੂਈ ਨਾ ਹੋਵੇ ਤੇ ਕਈ ਵਾਰੀ ਆਪਾਂ ਨੂੰ ਕੰਡਾ ਚੁੱਭਦਾ ਸੀ ਕੰਮ ਕਰਦੇ ਆ ਜ਼ਮੀਨ ਦੇ ਵਿੱਚ, ਤੇ ਆਪਾਂ ਕੰਡੇ ਦੇ ਨਾਲ ਹੀ ਕੰਡਾ ਕੱਢਦੇ। ਸਿਆਣੇ ਜਿਹੜੇ ਕਮਾਈ ਵਾਲੇ ਨੇ ਉਹ ਕਹਿੰਦੇ ਗੁਰਬਾਣੀ ਦੇ ਅਰਥ ਜਦੋਂ ਵੀ ਕਰੋ ਗੁਰਬਾਣੀ ਦੇ ਵਿੱਚੋਂ ਹੀ ਕਰੋ, ਗੁਰਬਾਣੀ ਦੇ ਅਨੁਸਾਰ ਕਰੋ। ਗੁਰਬਾਣੀ ਦੇ ਅਰਥ ਗੁਰਬਾਣੀ ਹੀ ਕਰਦੀ ਏ। ਜਦੋਂ ਗੁਰਬਾਣੀ ਦੇ ਅਰਥ ਤੁਸੀਂ ਗੁਰਬਾਣੀ ਵਿੱਚੋਂ ਨਿਕਲ ਕੇ ਤੇ ਆਪਣੇ ਮਨ ਨੂੰ ਪੁੱਛ ਕੇ ਕਰੋਗੇ ਤੇ ਗੁਰਬਾਣੀ ਦੇ ਅਰਥ ਗੁਰਮਤਿ ਤੋਂ ਬਾਹਰ ਚਲੇ ਜਾਣਗੇ। ਇੱਥੇ ਕਹੋ ਨਾਨਕ ਜਨ ਕੈ ਸਦਕਾਮ ਦਾ ਅਰਥ ਕੀ ਹੈ, ਇਹਨੂੰ ਬਾਣੀ ਦੱਸੇਗੀ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਸੁਖਮਣੀ ਸਾਹਿਬ ਦੇ ਵਿੱਚ ਬਰਤਨ ਦਾ ਮਤਲਬ ਕੀ ਹੁੰਦਾ ਹੈ? ਬਰਤਨ ਦਾ ਮਤਲਬ ਵਰਤੋਂ ਵਿਹਾਰ ਜਿਹੜੀ ਹੈ। ਹੁਣ ਅਰਥ ਫਿਰ ਉਸ ਇੱਥੇ ਬੰਦੇ ਦੀ ਇਮਾਨਦਾਰੀ ਤੇ ਗੱਲ ਖੜੀ ਹੈ। ਬੜੇ ਮੇਰੇ ਵਰਗੇ ਹੁਣ ਕਹਿੰਦੇ ਵਰਤੋਂ ਵਿਹਾਰ ਠੀਕ ਕਰੋ ਤੇ ਨਾਮ ਬਣ ਜਾਏਗਾ। ਮੈਂ ਇੱਕ ਵਾਰੀ ਵਿਦੇਸ਼ ਵਿੱਚ ਸੀ, ਸਾਊਥ ਹਾਲ ਦੇ ਵਿੱਚ, ਉੱਥੇ ਵੀ ਇੱਕ ਸ਼ਬਦ ਆਉਂਦਾ, ਲੰਮਾ ਸ਼ਬਦ, ਬਾਣੀ ਪੜ੍ਹਨ ਵਾਲੇ ਤੁਸੀਂ ਜਾ ਕੇ ਪੜ੍ਹ ਲਿਆ ਜੇ। ਮੈਂ ਤੁਹਾਨੂੰ, ਇਹ ਬੜਾ ਮਸ਼ਹੂਰ ਸ਼ਬਦ ਹੈ, ਆਮ ਕਈ ਰਾਗੀ ਸਿੰਘ ਨੇ, ਭਾਈ ਸਾਹਿਬ ਨੇ, ਹੋਰ ਸਾਰਿਆਂ ਨੂੰ ਇਹ ਸ਼ਬਦ ਆਉਂਦਾ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਵਾਲਾ ਸ਼ਬਦ ਹੈ। ਇਹਦੀਆਂ ਜਿਹੜੀਆਂ 4 ਪਦੇ ਨੇ ਉਹਨਾਂ ਦੇ ਵਿੱਚ ਤੇ ਨਾਮ ਨੂੰ ਭੁੱਲਣ ਦਾ ਜ਼ਿਕਰ ਕੀਤਾ ਗਿਆ। ਇਹ ਨਾਮ ਨੂੰ ਚਿੱਤ ਆਉਣ ਦਾ ਜ਼ਿਕਰ ਕੀਤਾ ਵੀ ਚਿੱਤ ਆਵੇ ਤੇ ਆ ਮੁਸੀਬਤਾਂ ਟਲ ਜਾਂਦੀਆਂ ਨੇ। ਪਰ ਦੂਜੇ ਪਾਸੇ ਜੇ ਬੰਦਾ ਨਾਮ ਨਹੀਂ ਜਪਦਾ ਤੇ ਨਾਮ ਨਾ ਜਪਦਾ ਹੋਇਆ ਮਨੁੱਖ ਰਸਨਾ ਦੇ ਨਾਮ ਤੋਂ ਖਾਲੀ ਹੈ, ਨਿਤਨੇਮ ਦੇ ਨਾਮ ਤੋਂ ਖਾਲੀ ਹੈ। ਗੁਰੂ ਸਾਹਿਬ ਅਗਲੀਆਂ 4 ਪੰਕਤੀਆਂ ਦੇ 4 ਪਦਿਆਂ ਦੇ ਵਿੱਚ ਇਸੇ ਸ਼ਬਦ ਦੇ ਵਿੱਚ ਤੁਸੀਂ ਧਿਆਨ ਨਾਲ ਪੜ੍ਹੇ ਜੇ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਨਾਮ ਨਹੀਂ ਨਾ ਜਪਦਾ, ਭਾਵੇਂ ਤੂੰ ਕਿੱਡਾ ਵੱਡਾ ਅਮਲ ਕਰਨ ਵਾਲਾ ਤੇ ਆਚਾਰਵੰਤ ਹੈ, ਤੇਰਾ ਇਹ ਆਚਾਰਵੰਤ ਹੋਣਾ ਕਿਸੇ ਲੇਖੇ ਵਿੱਚ ਨਹੀਂ ਪੈਣਾ ਜਿੰਨਾ ਚਿਰ ਤੂੰ ਨਾਮ ਨਹੀਂ ਜਪਦਾ। ਬਾਣੀ ਵਿੱਚ ਪੜ੍ਹ ਕੇ ਵੇਖੋ, ਸੌਖੇ ਵਿੱਚੋਂ ਮੈਂ ਉਦਾਹਰਨ ਦੇ ਦਿੰਦਾ ਬਾਣੀ ਦੇ ਵਿੱਚੋਂ। ਗੁਰੂ ਸਾਹਿਬ ਕਹਿੰਦੇ ਨੇ, ਅਵਰ ਕਰਤੂਤ ਸਗਲੀ ਜਮ ਡਾਨੈ। ਕਰਤੂਤ ਦਾ ਮਤਲਬ ਕੀ ਹੈ? ਕਰਤੂਤ ਦਾ ਅਰਥ ਕੱਢੋ ਤੁਸੀਂ, ਅੱਖਰੀ ਅਰਥ ਕੱਢੋ, ਤੇ ਕਰਤੂਤ ਦਾ ਅਰਥ ਹੈ ਸੋਹਣਾ ਕੰਮ, ਚੰਗਾ ਅਮਲ ਕਰਨਾ। ਯਾਨੀ ਕਿ ਕਿਸੇ ਦਾ ਪੈਸਾ ਨਹੀਂ ਮਾਰਨਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਦੇ ਪਿੱਛੇ ਉਹਦੀ ਨਿੰਦਿਆ ਨਹੀਂ ਕਰਨੀ, ਚੰਗੇ ਕੰਮ ਦੇ ਵਿੱਚ ਜਾ ਕੇ ਲੱਤ ਨਹੀਂ ਅਡਾਉਣੀ। ਇਹਨੂੰ ਚੰਗਾ ਕੰਮ ਕਹਿੰਦੇ ਜੀ। ਔਰ ਇਹ ਕਰਿਆ ਕਰੀਏ, ਮੈਂ ਬੇਨਤੀ ਕਰਾਂ, ਘੱਟੋ ਘੱਟ ਆ ਜਿਹੜਾ ਗੇਟ ਹੈ ਨਾ, ਇਹਦੇ ਅੰਦਰ ਆ ਕੇ ਇੱਕ ਕੰਮ ਕਰੀਏ ਕਿ ਗੁਰੂ ਘਰ ਸੋਹਣਾ ਲੱਗਦਾ ਹੈ, ਗੁਰੂ ਕੇ ਸਮਾਗਮਾਂ ਦੇ ਨਾਲ ਗੁਰਬਾਣੀ ਦੀ ਆਵਾਜ਼ ਆਉਂਦੀ ਰਹੇ। ਮੈਂ ਪਹਿਲੇ ਦਿਨ ਜਿੱਦਣ ਇੱਕ ਦਿਨ ਮੀਟਿੰਗ ਹੋਈ ਸੀ 17 ਤਰੀਕ ਨੂੰ, ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਉਹਨੂੰ ਕਹਿੰਦੇ ਨੇ ਜਿੱਥੋਂ ਗੁਰੂ ਦੀ ਆਵਾਜ਼ ਆਉਂਦੀ ਹੋਵੇ, ਕੀਰਤਨ ਦੀ ਆਵਾਜ਼ ਆਵੇ, ਕਥਾ ਦੀ ਆਵਾਜ਼ ਆਵੇ। ਗੁਰਦੁਆਰੇ ਦਾ ਅਰਥ ਇਕੱਲਾ ਇਹ ਨਹੀਂ ਵੀ ਤੁਸੀਂ ਗੁੰਮਜ ਬਣਾ ਦਿੱਤਾ ਤੇ ਉੱਥੇ ਪ੍ਰਸ਼ਾਦ ਮਿਲ ਗਿਆ ਤੇ ਸਾਲ ਬਾਅਦ ਇੱਕ ਆਪਣਾ, ਚਲੋ ਲੰਗਰ ਇੱਕ ਚੰਗੀ ਚੀਜ਼ ਹੈ, ਮੈਂ ਦਾ ਖੰਡਨ ਨਹੀਂ ਕਰਨਾ ਬਿਲਕੁਲ, ਲੰਗਰ ਵੀ ਇੱਕ ਸਿੱਖੀ ਦਾ ਇੱਕ ਅੰਗ ਹੈ, ਪਰ ਇੱਥੋਂ ਤੱਕ ਸੀਮਤ ਨਹੀਂ ਰਹਿਣਾ। ਜਦੋਂ ਇੱਥੇ ਚੰਗਾ ਕੰਮ ਹੋਵੇ, ਗੁਰੂ ਘਰ ਦੀ ਸੇਵਾ ਹੱਥੀਂ ਕਰਨੀ ਤੇ ਬੜੀ ਵੱਡੀ ਗੱਲ ਹੈ, ਪਰ ਸਾਧ ਸੰਗਤ ਜੀ ਜਦੋਂ ਇੱਥੇ ਕੋਈ ਚੰਗਾ ਕੰਮ ਹੋਵੇ, ਚੰਗਾ ਕੰਮ ਕੀ ਹੈ? ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਕੀਰਤਨ ਨੰਬਰ 1 ਤੇ ਹੈ, ਦੂਜੇ ਨੰਬਰ ਤੇ ਗੁਰਬਾਣੀ ਦੀ ਕਥਾ, ਤੀਜੇ ਨੰਬਰ ਤੇ ਹੈ ਗੁਰਬਾਣੀ ਦੀ ਸੰਥਿਆ, ਚੌਥੇ ਨੰਬਰ ਤੇ ਹੈ ਲਾਇਬ੍ਰੇਰੀ। ਉੱਥੇ ਕੋਈ ਸਿਆਣਾ ਹੋਵੇ, ਪੜ੍ਹ ਕੇ ਕੋਈ ਇਤਿਹਾਸ ਦੀ ਖੋਜ ਕਰਨੀ ਕਰ ਸਕਦਾ ਹੈ। ਫਿਰ ਗੁਰੂ ਕਾ ਲੰਗਰ, ਗੁਰੂ ਕੀ ਸੇਵਾ, ਗੁਰੂ ਕੇ ਸਥਾਨ ਦੀ ਸਫਾਈ, ਇਹ ਚੀਜ਼ਾਂ ਨੇ। ਔਰ ਮੈਂ ਬੇਨਤੀ ਕਰਾਂ, ਇਹ ਇਕੱਲੇ ਤੁਹਾਡੀ ਗੱਲ ਨਹੀਂ ਜੇ, ਕਈ ਵਾਰੀ ਸਾਡੇ ਤੇ ਸਟੇਜਾਂ ਤੇ ਬਹਿ ਕੇ ਬੰਦੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨ ਲੱਗ ਪੈਂਦੇ ਵੀ ਇਹਨਾਂ ਦਾ ਫਾਇਦਾ ਕੀ ਹੈ। ਔਰ ਜੇ ਸਟੇਜਾਂ ਤੇ ਨਾ ਵੀ ਕਰਨਗੇ ਨਾ, ਇਹ ਹਵਾ ਇੱਕ ਚੱਲ ਪਈ ਹੈ ਵੀ ਇੱਥੇ ਕੁਝ ਕਹਿਣਾ ਤੇ ਥੱਲੇ ਕਮਰੇ ਵਿੱਚ ਜਾ ਕੇ ਕੁਝ ਕਹਿਣਾ। ਉਦੋਂ ਬੜਾ ਦੁੱਖ ਹੁੰਦਾ ਜਦੋਂ ਸਟੇਜਾਂ ਤੇ ਬੋਲਣ ਵਾਲੇ ਬੰਦੇ ਜਦੋਂ ਇਹਨਾਂ ਚੀਜ਼ਾਂ ਦਾ ਗੁਪਤ ਤੌਰ ਤੇ ਵਿਰੋਧ ਕਰਦੇ ਨੇ ਤੇ ਲੋਕਾਂ ਦੇ ਮਨਾਂ ਵਿੱਚ ਦੁਫਾੜ ਪਾਉਂਦੇ ਨੇ। ਇਹਦੇ ਵਰਗਾ ਹੋਰ ਕੋਈ ਪਾਪ ਨਹੀਂ ਜੇ, ਤੇ ਭੁਗਤਣਾ ਬਹੁਤ ਔਖਾ ਤੇ ਮਹਿੰਗਾ ਪੈਂਦਾ। ਇਹ ਸਾਧ ਸੰਗਤ ਜੀ, ਇਸ ਬਾਉਂਡਰੀ ਦੇ ਵਿੱਚ, ਇਸ ਘੇਰੇ ਦੇ ਵਿੱਚ, ਇਹ ਚੰਗਾ ਅਮਲ ਦੀ ਗੱਲ ਮੈਂ ਕਰ ਰਿਹਾ ਸਾਂ, ਮੈਂ ਵਿਸ਼ੇ ਤੋਂ ਬਾਹਰ ਨਾ ਜਾਵਾਂ।
ਅਮਲ ਚੰਗਾ ਹੋਵੇ, ਸਭ ਕੁਝ ਚੰਗਾ ਹੋਵੇ, ਆਚਾਰ ਚੰਗਾ ਹੋਵੇ, ਚੰਗੇ ਕੰਮ ਕਰਦਾ ਹੋਵੇ, ਚੰਗੇ ਪੁਸਤਕ ਪੜ੍ਹਦਾ ਹੋਵੇ, ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਨਾਮ ਨਹੀਂ ਜਪਦਾ ਤੇ ਇਹਨਾਂ ਗੱਲਾਂ ਨੇ ਵੀ ਤੇਰੇ ਕੰਮ ਨਹੀਂ ਆਉਣਾ, ਇਹਨਾਂ ਕਰਤੂਤਾਂ ਨੇ ਤੇਰੇ ਕੰਮ ਨਹੀਂ ਆਉਣਾ। ਅਵਰ ਕਰਤੂਤ ਸਗਲੀ ਜਮ ਡਾਨੈ। ਡਾਨੈ ਦਾ ਮਤਲਬ ਹੈ ਭਾਵੇਂ ਤੂੰ ਕਿੰਨੇ ਚੰਗੇ ਕੰਮ ਕਰ, ਜੇ ਗੁਰੂ ਕੇ ਸਿੱਖਾ ਤੂੰ ਨਿਤਨੇਮ ਨਹੀਂ ਨਾ ਕਰਦਾ ਤੇ ਫਿਰ ਤੇਰੇ ਕੰਮ ਕਿਸੇ ਲੇਖੇ ਵਿੱਚ ਨਹੀਂ ਪੈਣੇ। ਕਿਉਂਕਿ ਅੱਗੇ ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਗੋਬਿੰਦ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਉਹਦਾ ਸਿਮਰਨ ਕਰਨ ਤੋਂ ਬਿਨਾਂ, ਉਹਦਾ ਨਾਮ ਜਪਣ ਤੋਂ ਬਿਨਾਂ, ਇੱਥੋਂ ਤੱਕ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ, ਕਈ ਵਾਰੀ ਮੇਰੇ ਵਰਗੇ ਵਿਚਾਰਵਾਨ ਜਾਂ ਗੁਰੂ ਕੇ ਕੀਰਤਨੀਏ ਸੋਚ ਲੈਂਦੇ, ਮੈਨੂੰ ਕਈ ਵਾਰੀ ਕਹਿੰਦੇ ਵੀ ਨੇ ਜਦੋਂ ਅਸੀਂ ਸਟੇਜ ਤੇ ਘੰਟਾ ਕਥਾ ਕਰ ਲਈ, ਹੁਣ ਨਿਤਨੇਮ ਦਾ ਕੀ ਅਰਥ ਰਹਿ ਗਿਆ? ਮੈਂ ਕਿਹਾ ਨਹੀਂ, ਮੇਰੇ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ। ਇਹ ਕਥਾ ਤੁਹਾਡਾ ਅਲੱਗ ਤੋਂ ਵਿਸ਼ਾ ਹੈ, ਜਿਹੜਾ ਤੁਹਾਡੇ ਬੈੱਡ ਦਾ ਨਿਤਨੇਮ ਜੇ ਕਰੋਗੇ ਤੇ ਕਿਸੇ ਦੇ ਮਨ ਤੱਕ ਗੱਲ ਜਾਣੀ ਨਹੀਂ, ਤੁਹਾਡੀਆਂ ਗੱਲਾਂ ਆਕਾਸ਼ ਵਿੱਚ ਉੱਡ ਜਾਣੀਆਂ ਨੇ, ਕਿਸੇ ਦੇ ਕੰਨ ਵਿੱਚ ਅੰਦਰ ਜਾਣੀ ਕੋਈ ਨਹੀਂ। ਜਿੰਨਾ ਚਿਰ ਨਾਮ ਨਹੀਂ, ਅੱਜ ਦਾ ਮੈਂ ਮੁੱਖ ਵਾਕ ਵਾਲੇ ਪਾਸੇ ਮੇਰਾ ਧਿਆਨ ਚਲਾ ਗਿਆ, ਜਿਹਦੇ ਚ ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਹਦਾ ਮਤਲਬ ਕੀ ਹੈ? ਤੁਸੀਂ ਜਿੰਨੇ ਧਰਮ ਦੇ ਪੈਗੰਬਰ ਜਿਹੜੇ ਉਪਦੇਸ਼ ਦੇਣ ਦੀ ਗੱਲ ਕਰਦੇ ਨੇ, ਜਾਂ ਕਿਸੇ ਵੀ ਧਰਮ ਦਾ ਗ੍ਰੰਥ ਪੜ੍ਹ ਲਓ, ਇੱਥੇ ਇਕੱਲੇ ਹਿੰਦੂ ਧਰਮ ਦੇ ਗ੍ਰੰਥਾਂ ਦਾ ਸਿਰਫ ਨਾਂ ਲਿਆ ਹੈ। ਉਹਦਾ ਕਾਰਨ ਇਹ ਸੀ ਕਿ ਗੱਲ ਕਿਸੇ ਉਸ ਵੇਲੇ ਜ਼ਿਆਦਾਤਰ ਹਿੰਦੂ ਧਰਮ ਪ੍ਰਚਲਿਤ ਸੀ। ਕੋਈ ਵੀ ਧਾਰਮਿਕ ਗ੍ਰੰਥ ਹੈ ਉਹਦੇ ਤੁਸੀਂ ਅਧਿਐਨ ਕਰ ਲਓ ਤੇ ਉਹਦੇ ਵਿੱਚ ਵੀ ਨਾਮ ਹੈ, ਤੇ ਜੇ ਇਹਦੇ ਦੂਜੇ ਅਰਥ ਕਰ ਲਓ ਤੇ ਤਾਂ ਵੀ ਕੋਈ ਹਰਜ ਨਹੀਂ। ਵੀ ਜੇ ਤੁਸੀਂ ਇਕੱਲੇ ਧਾਰਮਿਕ ਗ੍ਰੰਥਾਂ ਦੀਆਂ ਕਥਾ ਕਹਾਣੀ ਕਰੀ ਚੱਲੋ ਤੇ ਜੇ ਆਪਣਾ ਸਿਮਰਨ ਨਹੀਂ ਕਰਦੇ ਤੇ ਨਾਮ ਨਹੀਂ ਜਪਦੇ, ਤੇ ਫਿਰ ਇਹ ਵਿਆਖਿਆ ਵੀ ਝੂਠੀਆਂ ਨੇ ਸਾਰੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਦੋ ਅਰਥ ਹੋ ਸਕਦੇ ਨੇ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਹੋਛੀਆਂ ਦਾ ਮਤਲਬ ਹੈ ਐਵੇਂ ਹੋਛਾ ਪਾਣੇ, ਐਵੇਂ ਸਾਰਾ ਦਿਨ ਮੂੰਹ ਵਿੱਚੋਂ ਹਵਾ ਕੱਢੀ ਜਾਣੀ ਹੈ, ਆਪਣੇ ਟਾਈਮ ਨੂੰ ਖਰਾਬ ਕਰੀ ਜਾਣਾ ਹੈ। ਸੋ ਮੈਂ ਗੱਲ ਦੁੱਖ ਦੀ ਕਰ ਰਿਹਾ ਸੀ ਕਿ ਦੁੱਖ ਬੰਦੇ ਦੀ ਸਭ ਤੋਂ ਵੱਡੀ ਸਮੱਸਿਆ ਹੈ। ਕੁਦਰਤੀ ਤੌਰ ਤੇ ਰਾਗੀ ਸਿੰਘਾਂ ਨੇ ਬਾਬੇ ਫਰੀਦ ਸਾਹਿਬ ਦਾ ਇੱਕ ਸ਼ਬਦ ਜਦੋਂ ਮੈਂ ਆਇਆ ਉਦੋਂ ਪੜ੍ਹ ਰਹੇ ਸੀ ਬੜੇ ਪਿਆਰ ਦੇ ਵਿੱਚ, ਬੜਾ ਮਨ ਨੂੰ ਲੱਗਾ ਉਹ ਸ਼ਲੋਕ। ਜਿਹੜਾ ਸ਼ਲੋਕ ਦੇ ਵਿੱਚ ਗਾਇਆ ਜਾ ਰਿਹਾ ਸੀ ਕਿ ਕਿਛ ਨਾ ਸੁਝੈ ਕਿਛ ਨਾ ਬੁਝੈ ਦੁਨੀਆ ਗੁੱਝੀ ਪਾਏ। ਆਪਾਂ ਸਾਰੇ ਦੁਨੀਆ ਵਿੱਚ ਰਹਿੰਦੇ ਹਾਂ, ਕਹਿੰਦੇ ਪਤਾ ਨਹੀਂ ਲੱਗਦਾ, ਸਾਰੇ ਆਪਾਂ ਇੱਕ ਦੂਜੇ ਨੂੰ ਖੁਸ਼ ਲੱਗਦੇ ਹਾਂ ਵੈਸੇ ਵੀ ਸਾਰੇ ਠੀਕ ਨੇ, ਹੱਸਦੇ ਨੇ, ਸਾਰੇ ਕੱਪੜੇ ਚੰਗੇ ਪਾਏ ਨੇ, ਚਿਹਰਾ ਠੀਕ ਲੱਗਦਾ ਹੈ, ਪਰ ਕਹਿੰਦੇ ਅੰਦਰ ਗੁੱਝੇ ਤੌਰ ਤੇ ਅੰਦਰ ਕੀ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ। ਗੁਰੂ ਜਾਣਦਾ ਬੰਦੇ ਦੇ ਅੰਦਰ ਦੀ ਹਾਲਤ। ਕੋਈ ਵਿਰਲਾ ਹੋਵੇਗਾ ਜਿਹੜਾ ਮਨ ਦੇ ਤੌਰ ਤੇ ਸੁਖੀ ਹੈ। ਸਾਧ ਸੰਗਤ ਜੀ, ਸਰੀਰ ਦੇ ਤੌਰ ਤੇ ਚਲੋ ਸਾਧਨ ਹਨ, ਅੱਜ ਇਹ ਮੰਨਣਾ ਪਏਗਾ, ਸਰੀਰ ਦੇ ਤੌਰ ਤੇ ਸਾਧਨ ਹਨ ਨੇ, ਪਰ ਮਨ ਦੇ ਤੌਰ ਤੇ ਉਹੀ ਗੱਲ ਕੱਲ ਵਾਲੀ ਆ ਗਈ, ਆਦ ਵਿਆਦ ਤੇ ਉਪਾਦ। ਜਾਂ ਤੇ ਕੋਈ ਪੁਰਾਣਾ ਰੋਗ ਹੈ ਜਿਹੜਾ ਕਿਸੇ ਵੀ ਸਾਧਨ ਨਾਲ ਲੈਂਦਾ ਨਹੀਂ, ਵਿਆਦ ਜਾਂ ਫਿਰ ਹੁਣ ਕੋਈ ਬਿਮਾਰੀ ਲੱਗ ਗਈ, ਤੇ ਜਾਂ ਉਪਾਦ ਤੇ ਕਲੇਸ਼ ਤੇ ਸਾਰੇ ਥਾਵਾਂ ਤੇ ਹੈ ਹੀ ਹੈ ਨਾ। ਇਹਨਾਂ ਸਾਲਾਂ ਦੇ ਵਿੱਚ ਬੜਾ ਫਰਕ ਪਿਆ ਸਾਧ ਸੰਗਤ ਜੀ। ਅਸੀਂ ਇੱਥੇ ਰਹਿੰਦੇ, ਕੱਲ ਹੀ ਵਿਚਾਰ ਚੱਲਦੀ ਸਿੰਘਾਂ ਦੇ ਨਾਲ ਵੀ ਇਹਨੂੰ 30 ਸਾਲ ਪਹਿਲਾਂ 35 ਸਾਲ ਇੱਥੇ ਸਥਾਨ ਤੇ ਜਾਂ ਕਿਤੇ ਵੀ ਜਾਈਦਾ ਸੀ, ਸੇਵਾ ਕਰੀਦੀ ਸੀ। ਸਾਧ ਸੰਗਤ ਜੀ ਕੋਈ ਪਤਾ ਵੀ ਨਹੀਂ ਸੀ ਹੁੰਦਾ ਕਿਸੇ ਦੁਬਦਾ ਵਾਲੀ ਗੱਲ ਦਾ ਵੀ ਆਹ ਫਲਾਣਾ ਬੰਦਾ ਆਹ ਕਹਿੰਦਾ, ਦੂਸਰਾ ਆਹ ਕਹਿੰਦਾ। ਹੁਣ ਜਾਈਏ ਤੇ ਇਹ ਯਾਦ ਨਹੀਂ ਰਹਿੰਦਾ ਹੁਕਮਨਾਮਾ ਕਿਹੜਾ ਆਇਆ ਸੀ, ਇਹ ਜ਼ਰੂਰ ਉੱਥੋਂ ਮਿਲ ਜਾਂਦਾ ਫਲਾਣਾ ਬੰਦਾ ਆਹ ਕਹਿ ਕੇ ਚਲਾ ਗਿਆ। ਪਹਿਲਾਂ ਮੇਰੇ ਖਿਆਲ ਵਿੱਚ ਹੋਏਗਾ ਤੇ ਬਹੁਤ ਘੱਟ ਹੋਏਗਾ। ਇਸ ਕਰਕੇ ਇਹ ਗੁੱਝੇ ਤੌਰ ਤੇ ਕਿਛ ਨਾ ਸੁਝੈ ਕਿਛ ਨਾ ਬੁਝੈ ਦੁਨੀਆ ਗੁੱਝੀ ਪਾਹੇ। ਪਾਹੇ ਦਾ ਮਤਲਬ ਹੈ ਅੱਗ। ਜਿਵੇਂ ਆਪਾਂ ਗੋਹਿਆਂ ਦੀ ਅੱਗ ਹੁੰਦੀ ਹੈ ਨਾ, ਜਿਹੜੀ ਮਲੀ ਹੈ, ਮਲੀ ਧੁਖਦੀ। ਇਹ ਸ਼ਬਦ ਬਾਬੇ ਫਰੀਦ ਜੀ ਦੀ ਜਿਹੜੀ ਆਪਣੀ ਭਾਸ਼ਾ ਹੈ ਨਾ, ਖਾਸ ਤੌਰ ਤੇ ਇਹ ਮਾਝੇ ਦੀ ਭਾਸ਼ਾ ਹੈ। ਮੈਂ ਉੱਥੇ ਲੁਧਿਆਣੇ ਰਹਿਣਾ ਤੇ ਮੇਰੇ 80% ਜਿਹੜੇ ਪ੍ਰੋਗਰਾਮ ਹੁੰਦੇ ਮਾਝੇ 'ਚ ਹੁੰਦੇ ਨੇ, ਤੇ ਮੈਨੂੰ ਵੀ ਕਈ ਵਾਰੀ ਖਿਆਲ ਆਉਂਦਾ ਵੀ ਤਰਨਤਾਰਨ ਸਾਹਿਬ, ਗੁਰਦਾਸਪੁਰ, ਅੰਮ੍ਰਿਤਸਰ ਬਾਰਡਰ, ਕਈ ਵਾਰੀ ਤੇ ਰਾਤ ਨੂੰ
ਉੱਥੇ ਬੈਠ ਕੇ ਪ੍ਰਸ਼ਾਦਾ ਛਕੀਦਾ ਤੇ ਉਹ ਕਹਿੰਦੇ ਉਹ ਵੇਖੋ ਪਾਕਿਸਤਾਨ ਦੇ ਪਿੰਡ ਦੇ ਵਿੱਚ ਦੀਵੇ ਜਗਦੇ ਨੇ, ਬੱਤੀਆਂ ਜਗਦੀਆਂ ਨੇ ਬਾਰਡਰ ਉੱਤੇ ਜ਼ਿਆਦਾਤਰ। ਉਹ ਮੈਂ ਇੱਕ ਸਿੰਘ ਨੂੰ ਪੁੱਛਿਆ ਵੀ ਤੁਸੀਂ, ਮੇਰੇ ਖਿਆਲ ਆਇਆ ਵੀ ਜ਼ਿਆਦਾ ਇੱਧਰ ਕਿਉਂ ਬੁਲਾਉਂਦੇ ਹੋ? ਵੈਸੇ ਮਾਲਵੇ ਵਾਲੇ ਵੀ ਬੁਲਾਉਂਦੇ ਨੇ, ਐਸੀ ਗੱਲ ਨਹੀਂ ਵੀ ਨਹੀਂ, ਪਰ ਉੱਧਰ ਜ਼ਿਆਦੇ ਹੈ। ਉਹ ਕਹਿੰਦੇ ਵੀ ਇਹਦਾ ਕਾਰਨ ਇਹ ਹੈ ਵੀ ਤੇਰੀ ਬੋਲੀ ਸਾਡੇ ਨਾਲ ਮਿਲਦੀ ਹੈ। ਮੈਂ ਕਿਹਾ ਵੀ ਬੋਲੀ ਤਾਂ ਮਿਲਦੀ ਹੈ, ਤੁਹਾਨੂੰ ਇਸ ਗੱਲ ਦਾ ਪਤਾ ਹੈ ਮਾਝਾ ਅੱਧ ਵਿੱਚੋਂ ਵੱਢਿਆ ਗਿਆ 1947 ਦੇ ਵਿੱਚ। ਅੱਧਾ ਮਾਝਾ ਪਰਲੇ ਪਾਸੇ ਰਹਿ ਗਿਆ ਸੀ ਜਿੱਧਰ ਸ਼ੇਖੂਪੁਰਾ, ਇਹ ਗੁਜਰਾਂਵਾਲਾ ਸਾਰੇ ਜ਼ਿਲ੍ਹੇ ਰਹਿ ਗਏ, ਤੇ ਅੱਧਾ ਮਾਝਾ ਇੱਧਰ ਰਹਿ ਗਿਆ। ਇਹਨੂੰ ਸਾਰੇ ਨੂੰ, ਲਾਹੌਰ ਨੂੰ, ਇਹਨੂੰ ਸਾਰੇ ਨੂੰ ਮਾਝਾ ਕਹਿੰਦੇ। ਇੱਕੋ ਹੀ ਬੋਲੀ ਇਹਨਾਂ ਦੀ। ਅੱਜ ਵੀ ਤੁਸੀਂ ਪਾਕਿਸਤਾਨ ਤੇ ਮੁਸਲਮਾਨਾਂ ਨੂੰ ਜਾ ਕੇ ਉਹਨਾਂ ਨਾਲ ਤੁਸੀਂ ਗੱਲ ਕਰੋ, ਉਹ ਤੁਹਾਡੇ ਵਾਲੀ ਬੋਲੀ ਬੋਲਣਗੇ। ਤੇ ਆਪਣੇ ਜਿਹੜੇ ਜ਼ਿਲ੍ਹੇ ਨੇ ਦੋਵੇਂ ਤਿੰਨੇ ਸਾਰੇ ਉਧਰੋਂ ਉੱਠ ਕੇ ਆਏ ਨੇ, ਇਹ ਕਾਰਨ ਹੈ। ਔਰ ਉਹ ਜਿਹੜੀ ਭਾਸ਼ਾ ਪੰਜਾਬੀ ਸਾਰੀ ਚੰਗੀ ਹੈ, ਭਾਸ਼ਾ ਬਦਲ ਜਾਂਦੀ ਹੈ, ਹਰ ਇੱਕ ਜ਼ਿਲ੍ਹੇ ਦੀ ਆਪਣੀ ਭਾਸ਼ਾ ਥੋੜ੍ਹੀ ਥੋੜ੍ਹੀ ਬਦਲਦੀ ਹੈ। ਪਰ ਜਿਹੜੀ ਬਾਬੇ ਫਰੀਦ ਸਾਹਿਬ ਦੀ ਬੋਲੀ ਉਹ ਖਾਸ ਠੇਠ ਪੰਜਾਬੀ ਦੇ ਵਿੱਚ, ਉਹਦੇ ਵਿੱਚ ਮਲੀ ਦਾ ਵੀ ਜ਼ਿਕਰ ਆਇਆ। ਜਦੋਂ ਆਪਾਂ ਉਹਨਾਂ ਦੇ ਸ਼ਲੋਕ ਪੜ੍ਹਦੇ ਹਾਂ ਨਾ, ਭੋਗ ਦੇ ਸ਼ਲੋਕ ਜਿਹਨਾਂ ਨੂੰ ਆਪਾਂ ਕਹਿੰਦੇ ਭੋਗ ਪੈਂਦਾ, ਉਦੋਂ ਸ਼ਲੋਕ ਆਉਣਗੇ। ਉਹ ਕਹਿੰਦੇ ਨੇ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢੂੰਢੇਂਦੀ ਨਾ ਲਹਾਂ। ਵੀ ਗੱਲਾਂ ਨਾਲ ਬੜੇ ਦੋਸਤ ਨੇ, ਜਦੋਂ ਲੋੜ ਪੈ ਗਈ ਉਦੋਂ ਨਹੀਂ ਕੋਈ ਲੱਭਦਾ। ਅੱਗੇ ਉਹਨਾਂ ਨੇ ਸ਼ਬਦ ਵਰਤੇ ਨੇ ਧੁੱਖਾਂ ਜਿਉ ਮਾਲੀ। ਇਹ ਜਿਹੜਾ ਧੁਖਣਾ ਸ਼ਬਦ ਹੈ ਇਹ ਵੀ ਪੰਜਾਬੀ ਦਾ, ਤੇ ਮਾਲੀ ਦਾ ਅਰਥ ਹੈ ਮਲੀ। ਜਿਵੇਂ ਮਲੀ ਧੁਖਦੀ ਉਵੇਂ ਮੇਰਾ ਮਨ ਧੁਖਦਾ ਪਿਆ। ਅੱਜ ਗੁਰੂ ਸਾਹਿਬ ਤੇ ਜਿਹੜਾ ਉਹ ਸ਼ਲੋਕ ਪੜ੍ਹਿਆ ਰਾਗੀ ਸਿੰਘਾਂ ਨੇ, ਉਹ ਕਹਿੰਦੇ ਵੀ ਦੁਨੀਆ ਦੇ ਅੰਦਰਲੇ ਪਾਸੇ ਦੁੱਖ ਧੁਖਦਾ ਪਿਆ। ਔਰ ਕਈ ਵਾਰੀ ਤੇ ਇਸ ਤਰ੍ਹਾਂ ਹੁੰਦਾ ਉਸ ਬੰਦੇ ਦੇ ਕੋਲ ਸਾਰਾ ਕੁਝ ਹੁੰਦਾ ਹੈ, ਉਹ ਫਿਰ ਵੀ ਦੁਖੀ ਹੋਈ ਜਾਂਦਾ। ਇਸ ਲਈ ਇੱਕ ਮੁਹਾਵਰਾ ਅੱਜ ਬੜਾ ਪ੍ਰਚਲਿਤ ਹੈ। ਉਹ ਕਹਿੰਦੇ ਨੇ ਕਿ ਬੰਦਾ ਅੱਜ ਆਪਣੇ ਦੁੱਖ ਤੋਂ ਦੁਖੀ ਨਹੀਂ, ਬੰਦਾ ਅੱਜ ਦੂਜੇ ਦੇ ਸੁੱਖ ਤੋਂ ਦੁਖੀ ਹੈ। ਜੇ ਕੋਈ ਬੰਦਾ ਰੋਟੀ ਖਾਣ ਲੱਗ ਪਿਆ ਚੱਜ ਦੇ ਨਾਲ, ਕੰਮ ਉਹਦਾ ਚੱਲ ਪਏ, ਚਲੋ ਉਹਨੂੰ ਆਰਾਮ ਆ ਗਿਆ, ਉਹ ਦੂਜੇ ਨੂੰ ਇਹ ਹੋਵੇਗਾ ਵੀ ਇਹ ਕੰਮ ਕੋਈ ਵਿਰਲਾ ਜਿਹਨੂੰ ਨਹੀਂ ਹੋਵੇਗਾ, ਨਹੀਂ ਤਾਂ ਇਹ ਚੀਜ਼ ਆ ਜਾਏਗੀ, ਉੱਥੇ ਦੁਵੈਤ ਆਵੇਗੀ। ਅੱਜ ਉੱਚਾ ਚੜ ਕੇ ਦੇਖਿਆ ਘਰ ਘਰ ਇਹ ਅੱਗ। ਇਹ ਅੱਗ ਜਿਹੜੀ ਘਰ ਘਰ ਦੇ ਵਿੱਚ ਕਿਉਂ ਬਲੀ ਏ? ਉਹਦਾ ਕਾਰਨ ਇਹ ਅਸੀਂ ਗੁਰਬਾਣੀ ਦੇ ਉਹਨਾਂ ਗੁਣਾਂ ਤੋਂ ਦੂਰ ਚਲੇ ਗਏ ਹਾਂ ਜਿਹੜੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦੱਸੇ ਸਨ। ਦੁਨੀਆ ਗੁੱਝੀ ਪਾਹੇ, ਅੱਗੇ ਸ਼ਬਦ ਫਿਰ ਬਾਬਾ ਫਰੀਦ ਜੀ ਸਾਹਿਬ ਨੇ ਕਿਹਾ ਹੈ, ਕਿਛ ਨਾ ਸੁਝੈ ਕਿਛ ਨਾ ਬੁਝੈ ਦੁਨੀਆ ਗੁੱਝੀ ਪਾਹੇ। ਦੁਨੀਆ ਇੱਕ ਗੁੱਝੀ ਅੱਗ ਹੈ। ਉਹਦੇ ਅੱਗੇ ਕਹਿੰਦੇ ਨੇ ਸਾਈਂ ਮੇਰਾ ਚੰਗਾ ਕੀਤਾ। ਮੇਰੇ ਸਾਈਂ ਨੇ ਮੇਰੇ ਨਾਲ ਬੜਾ ਚੰਗਾ ਕੀਤਾ ਹੈ, ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਕੀ ਕੀਤਾ ਬਾਬਾ ਜੀ? ਕਹਿੰਦੇ ਮੈਨੂੰ ਚੰਗਾ ਕਰ ਦਿੱਤਾ ਉਹਨੇ। ਚੰਗਾ ਕੀ ਕਰ ਦਿੱਤਾ ਹੈ? ਚੰਗਾ ਇਹ ਕਰ ਦਿੱਤਾ ਵੀ ਮੇਰੇ ਅੰਦਰ ਇਹ ਦੁਨੀਆ ਵਾਲੀ ਅੱਗ ਬੁਝ ਗਈ ਹੈ। ਇਹ ਅੱਗ ਕਿਹੜੀ? ਖੈਰ ਕਈ ਰੂਪ ਨੇ ਅੱਗ ਦੇ, ਕਈ ਰੂਪ ਬਾਣੀ ਦੇ ਵਿੱਚ। ਜ਼ਿਆਦਾ ਜਿਹੜਾ ਵੱਡਾ ਰੂਪ ਹੈ ਅੱਗ ਦਾ ਉਹ ਈਰਖਾ ਦਾ। ਦੁਨੀਆ ਦੇ ਵਿੱਚ ਈਰਖਾ ਦੀ ਅੱਗ ਦੇ ਨਾਲ ਆਪਾਂ ਪਾਠ ਵੀ ਕਰਨੇ ਆ। ਈਰਖਾ ਕਰਾਂਗੇ ਸਾਧ ਸੰਗਤ ਜੀ, ਪਾਠ ਉਹਦਾ ਅਸਰ, ਉਹ ਰਸ ਨਹੀਂ ਆਵੇਗਾ, ਸਵਾਦ ਨਹੀਂ ਆਏਗਾ। ਇਹਦੇ ਤੋਂ ਬਿਨਾਂ ਇਹ ਬਾਣੀ ਵਿੱਚ ਅੱਗਾਂ ਦੇ ਨਾਂ ਆਏ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਇਹ ਗੱਲਾਂ ਸਾਨੂੰ ਸਿੱਖਣੀਆਂ ਪੈਣਗੀਆਂ। ਇਹਨਾਂ ਤੋਂ ਬਿਨਾਂ ਗੁਰੂ ਕੇ ਸਵਾਰਿਓ ਦੁਨੀਆ ਦੇ ਵਿੱਚ ਨਾ ਤੇ ਕੋਈ ਪਦਾਰਥ ਬੰਦੇ ਦੇ ਜੀਵਨ ਦਾ ਹੱਲ ਕਰ ਸਕਦਾ। ਜੇ ਪਦਾਰਥ ਜੀਵਨ ਦਾ ਗੁਜ਼ਾਰਾ ਹੈਣ ਜ਼ਰੂਰ, ਕੋਈ ਸ਼ੱਕ ਨਹੀਂ। ਪਦਾਰਥ ਜਿੰਨਾ ਆਵੇਗਾ, ਜਿੰਨਾ ਤੁਹਾਡੇ ਕੋਲ ਧਨ ਹੋਵੇਗਾ, ਉਨੀ ਸ਼ਕਤੀ ਜ਼ਰੂਰ ਆਵੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਮੈਂ ਤੇ ਇਹ ਮੇਰਾ ਤੇ ਤਜਰਬਾ ਹੈ ਕਿ ਜੇ ਰੱਬ ਕਿਸੇ ਨੂੰ ਧਰਮ ਦੇ ਤੇ ਧਰਮ ਤੋਂ ਬਾਅਦ ਜੇ ਧਨ ਦੇ ਤੇ ਉਹ ਧਰਮ ਨੂੰ ਵਧਾ ਸਕੇਗਾ ਉਹ ਮਨੁੱਖ। ਕਈ ਵਾਰੀ ਅਸੀਂ ਕਹਿੰਦੇ ਹਾਂ ਧਨ ਜਿਹੜਾ ਸੰਸਾਰ ਦਾ, ਦੁਨੀਆ ਦਾ ਜਿਹੜਾ ਪੈਸਾ ਹੈ, ਪਾਪ ਹੈ। ਪਾਪ ਉਦੋਂ ਹੁੰਦਾ ਜਦੋਂ ਅਸੀਂ ਧਰਮ ਤੋਂ ਦੂਰ ਚਲੇ ਜਾਂਦੇ ਹਾਂ। ਨਹੀਂ ਤਾਂ ਪੈਸਾ ਤੇ ਚਾਹੀਦਾ ਹੀ ਧਰਮੀ ਲੋਕਾਂ ਦੇ ਕੋਲ ਹੈ, ਕਿਉਂਕਿ ਉਹ ਧਰਮ ਦਾ ਵਾਧਾ ਕਰਨਗੇ। ਪੈਸਾ ਪਾਵਰ ਹੈ, ਸ਼ਕਤੀ ਹੈ, ਉਹਦੇ ਨਾਲ ਵਧਾਉਣਗੇ ਨਾ ਧਰਮ ਨੂੰ। ਇਸ ਕਰਕੇ ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹੰਬੀ ਦੰਜਾ ਆਹੇ। ਨਹੀਂ ਤਾਂ ਹੰਬੀ ਦਾ ਅਰਥ ਹੈ ਹਾਂ ਤੇ ਭੀ। ਇਹ ਦੋ ਸ਼ਬਦ ਆਏ ਨੇ। ਇਹ ਮੈਂ ਸੰਥਿਆ ਦੀ ਗੱਲ ਕੱਲ ਵੀ ਕੀਤੀ ਸੀ। ਗੁਰੂ ਕਿਰਪਾ ਕਰੇ ਸੰਥਿਆ ਦੀ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ, ਅਲੱਗ ਤੋਂ ਵੀ ਕਰਾਂਗਾ,
ਵੀ ਸੰਥਿਆ ਕਰਾਓ ਸੰਗਤ ਨੂੰ। ਚਲੋ ਥੋੜੇ ਵਾਲੇ ਫਰਕ ਤੇ ਹੁੰਦੇ ਨੇ ਸੰਥਿਆ ਦੇ, ਇਹਨਾਂ ਗੱਲਾਂ ਦੀ ਕੋਈ ਖਾਸ ਅਰਥ ਨਹੀਂ ਹੁੰਦਾ। ਕੋਈ ਥੋੜਾ ਜਿਹਾ ਇਸ ਤਰ੍ਹਾਂ ਕਰਾ ਦਿੰਦਾ, ਕੋਈ ਦੂਜੀ ਤਰ੍ਹਾਂ, ਇਹ ਕੋਈ ਵੱਡਾ ਅਰਥ ਨਹੀਂ ਹੈ। ਪਰ ਕੁਝ ਨਾ ਕੁਝ ਅਰਥ ਬੋਧ ਤੇ ਹੋਵੇ। ਕਈ ਵਾਰੀ ਪਾਠ ਸੁਣੀਦਾ, ਸਾਧ ਸੰਗਤ ਜੀ ਮੈਂ ਚੰਗਾ, ਆਵਾਜ਼ ਵੀ ਚੰਗਾ ਹੁੰਦਾ, ਸਾਰਾ ਕੁਝ ਹੁੰਦਾ ਹੈ, ਤਾਂ ਉਹ ਜਿਹੜੇ ਉਚਾਰਨ ਹੁੰਦੇ ਨਾ, ਹੁਣ ਸਿੰਘ ਪਾਠ ਕਰ ਰਿਹਾ ਸੀ ਕੱਲ, ਚਲੋ ਕਿਸੇ ਦੀ ਹਜ਼ੂਰੀ ਦੇ ਵਿੱਚ ਕਹਿਣੀ ਨਹੀਂ ਚਾਹੀਦੀ, ਉਹ ਸ਼ਬਦ ਆਇਆ ਸੀ ਕਿ ਗਹਿਲਾ ਰੂਹ ਨਾ ਜਾਣਦਾ, ਉੱਥੇ ਸ਼ਬਦ ਆਉਂਦਾ ਹੰਸ ਨਾ ਕੋਧਰਾ ਖਾਏ, ਪਰ ਉਹ ਪੜਿਆ ਸੀ ਹੰਸ ਨਾ ਕਰੋਧਾ ਖਾਏ। ਹੁਣ ਕਰੋਧਾ ਦਾ ਅਰਥ ਕ੍ਰੋਧ, ਗੁੱਸਾ ਆ ਗਿਆ। ਕਿਉਂ ਹੈ? ਬੇਨਤੀ ਹੈ, ਮੈਂ ਪੜਿਆ ਬਹੁਤਾ ਵਿਦਵਾਨ ਨਹੀਂ, ਮੈਂ ਤਾਂ ਐਵੇਂ, ਤੁਸੀਂ ਸੰਗਤ ਦਾ ਤੁਹਾਡਾ ਪਿਆਰ, ਮੈਂ ਤਾਂ ਬੇਨਤੀ ਦੇ ਰੂਪ ਵਿੱਚ ਬੇਨਤੀ ਕਰਨਾ। ਮੈਨੂੰ ਵੀ ਸਾਰੇ ਉਚਾਰਨ ਨਹੀਂ ਜਿਉਂਦੇ, ਬਹੁਤ ਸਾਰੇ ਉਚਾਰਨ ਜਿਹੜੇ ਮੈਂ ਵੀ ਗਲਤ ਕਰਨਾ, ਪਰ ਜਿੱਥੇ ਹੋਇਆ ਤੁਸੀਂ ਦੱਸ ਦਿਆ ਜੇ। ਪਰ ਇਹ ਕੰਮ ਸੀ ਬੜਾ ਵੱਡਾ। ਪਾਠ ਕਰਨਾ ਬਾਣੀ ਦਾ ਕੰਮ ਸਭ ਤੋਂ ਵੱਡਾ ਗਿਆਨ ਸੀ, ਪਰ ਅੱਜ ਅਸੀਂ ਇਹਦੇ ਉੱਤੇ ਮਿਹਨਤ ਕੋਈ ਨਹੀਂ ਕਰਦੇ। ਜੇ ਮਿਹਨਤ ਕਰਾਂਗੇ ਤਾਂ ਸਾਰਾ ਕੁਝ ਗੁਰੂ ਕੀ ਬਖਸ਼ਿਸ਼ ਫਲ ਮਿਲੇਗਾ। ਹਾਂ, ਪ੍ਰੇਮ ਹੋਵੇ ਤਾਂ ਫਿਰ ਗੁਰੂ ਬਖਸ਼ ਦਿੰਦਾ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਹੁਣ ਮੈਂ ਇੱਕ ਬੇਨਤੀ, ਸਮਾਂ ਝੱਟ ਨਿਕਲ ਜਾਂਦਾ, ਸਮਾਂ ਪਤਾ ਨਹੀਂ ਲੱਗਦਾ, ਭਾਵੇਂ ਗਿਆਨੀ ਜੀ ਨੇ ਕਿਹਾ ਵੀ ਖੁੱਲ੍ਹਾ ਲਾ ਲਓ ਟਾਈਮ, ਪਰ ਮੈਨੂੰ ਇਹ ਹੁੰਦਾ ਵੀ ਜਦੋਂ ਸੰਗਤ ਨੂੰ ਜੇ ਕੰਮ ਹੈ ਜਾਂ ਉਹ ਵੈਸੇ ਸਮਾਗਮ ਇਸ ਵਾਰੀ ਉਸ ਹਿਸਾਬ ਦੇ ਨਾਲ ਰੱਖਿਆ। ਹੁਣ ਕੋਈ ਬੰਦਾ ਇਹ ਨਾ ਕਹੇਗਾ ਵੀ ਕੋਈ ਬਹਾਨਾ ਵੀ ਮੈਨੂੰ ਆਉਣ ਦਾ ਇੱਥੇ। ਮੈਂ ਉਦੋਂ ਵੀ ਬੇਨਤੀ ਕੀਤੀ ਸੀ, ਹੁਣ ਨਾ ਤੇ ਕਿਸੇ ਨੂੰ ਇਹ ਵੀ ਨਿਆਣੇ ਸਕੂਲੇ ਘੱਲਣੇ ਨੇ ਤੇ ਮੈਨੂੰ ਲੇਟ ਹੁੰਦਾ, ਕੋਈ ਬਹਾਨਾ ਨਹੀਂ। ਨਾ ਇਹ ਬਹਾਨਾ ਧੁੰਦ ਪਈ ਹੋਈ ਹੈ, ਤੇ ਮੇਰੇ ਖਿਆਲ ਵਿਆਹ ਵੀ ਪੰਡਤ ਜੀ ਨੇ ਆਗਿਆ ਨਹੀਂ ਦਿੱਤੀ ਹੋਣੀ ਹੁਣ, ਕਿਉਂਕਿ ਉਹ ਹੋਲੀਆਂ ਹਾਲੀਆਂ ਜੀ ਆ ਗਈਆਂ ਤੇ ਉਹ ਵੀ ਕੰਮ ਮੁੱਕ ਗਿਆ। ਮੈਂ ਕਿਹਾ ਵੀ ਆਹ ਦਿਨ ਨੇ ਜਿਹੜੇ 22 ਮਾਰਚ ਤੋਂ ਲੈ ਕੇ 28 ਤੱਕ ਨੇ ਨਾ, 31 ਤੱਕ। ਅੱਛਾ, ਬੱਚਿਆਂ ਦੇ ਪੇਪਰ ਹੋ ਗਏ ਨੇ, ਬਹਾਨਾ ਹੁਣ ਕੋਈ ਨਹੀਂ। ਬਹਾਨਾ ਇੱਕੋ ਹੀ ਹੁਣ, ਉਹ ਕੰਬਲ ਲਾਉਣਾ ਔਖਾ ਸਵੇਰੇ ਉੱਤੋਂ, ਬਸ ਉਹ ਔਖਾ ਤੋਂ ਤੁਸੀਂ ਲਾਉਂਦੇ ਹੋ ਧੱਕੇ ਨਾਲ। ਹੁਣ ਕਈ ਕਹਿਣਗੇ ਬੜਾ ਆਨੰਦ ਆਇਆ, ਹੁਣੇ ਕੋਈ 12-1 ਵਜੇ ਨਾ ਫਿਰ ਆਉਣਗੇ ਫੋਨ, ਬੜਾ ਆਨੰਦ। ਮੈਂ ਕਹਿੰਦੇ ਫੇਸਬੁੱਕ ਚੱਲਦੀ ਉੱਥੇ ਤੁਹਾਡੀ। ਮੈਂ ਕਿਹਾ ਵੀ ਉਹ ਫੇਸਬੁੱਕ ਤੁਹਾਡੀ ਤਾਂ ਚੱਲਦੀ, ਪਰ ਇੱਥੇ ਤੇ ਆਓਗੇ ਤਾਂ ਹੀ ਹੈ ਨਾ, ਤਾਂ ਗੱਲ ਖੁੱਲੇਗੀ। ਖੈਰ, ਜਿਹੜੀ ਗੱਲ ਦੁੱਖ ਦੀ ਚੱਲ ਰਹੀ ਸੀ, ਹੁਣ ਗੁਰਬਾਣੀ ਨੇ ਇੱਕੋ ਵਿਸ਼ੇ ਤੇ ਬੇਨਤੀ ਕਰਾਂਗਾ, ਆਉਣ ਵਾਲੇ ਜਿਹੜੇ 10-15 ਮਿੰਟ ਆਪਾਂ ਲਾਉਣੇ ਨੇ। ਹੱਲ ਕੀ ਕੀਤਾ ਗੁਰੂ ਕੀ ਬਾਣੀ ਨੇ? ਗੁਰੂ ਕੀ ਬਾਣੀ ਨੇ ਇੱਕ ਤਾਂ ਹੱਲ ਜਾਪ ਹੈ। ਪਹਿਲੀ ਗੱਲ ਤੇ ਸਾਧ ਸੰਗਤ ਜੀ, ਜਾਪ ਤਾਂ ਕਰਨਾ ਹੀ ਪਏਗਾ। ਜਾਪ ਤੋਂ ਬਿਨਾਂ ਸਿੱਖੀ ਹੈ ਨਹੀਂ ਹੈ। ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ, ਗੁਰੂ ਕਈ ਤਰੀਕਿਆਂ ਨਾਲ ਕਿਰਪਾ ਕਰ ਦਿੰਦਾ, ਪਰ ਜਿਹੜਾ ਮੁੱਢ ਮੂਲ ਹੈ ਨਾ, ਭਾਵੇਂ 15 ਮਿੰਟ ਹੀ ਕਰੋ, ਜ਼ਿਆਦਾ ਟਾਈਮ ਨਹੀਂ ਮਿਲਦਾ। ਜੇ ਬਾਣੀ ਨਹੀਂ ਪੜ੍ਹੀ ਜਾਂਦੀ ਤੇ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰ ਲਓ, ਪਰ ਜਾਪ ਸ਼ੁਰੂ ਜ਼ਰੂਰ ਕਰੋ। ਤੇ ਨਾ ਜਾਪ ਨਿਤਨੇਮ ਨਾਲ ਕਰੋਗੇ ਤੇ ਜਾਪ ਨੇ ਤੇ ਇੱਕ ਟਾਈਮ ਤੇ ਕਰੋਗੇ ਤਾਂ ਅਸਰ ਕਰਨਾ। ਇਹ ਮੈਂ ਬੇਨਤੀ ਕਰਦੇ ਹਾਂ, 3 ਚੀਜ਼ਾਂ ਮਿਲਣਗੀਆਂ, ਟਾਈਮ ਇੱਕੋ, ਸਥਾਨ ਇੱਕੋ ਤੇ ਸਮਾਂ ਇੱਕੋ। ਸਮਾਂ ਤੇ ਟਾਈਮ ਦੇ ਵਿੱਚ ਹੀ ਆ ਗਿਆ, ਤੇ ਜਾਪ ਇੱਕੋ ਹੋਵੇ। ਜਾਪ ਕੋਈ ਵੀ ਲੈ ਲਓ, ਬਾਣੀ ਆਉਂਦੀ ਹੈ ਬਾਣੀ ਦਾ ਲੈ ਲਓ, ਨਹੀਂ ਤਾਂ ਸਿੱਧਾ ਕਾਰ ਸੇਵਾ ਵਾਲਿਆਂ ਨੇ ਤਾਂ ਹੀ ਕਿਹਾ ਸੀ ਸਤਨਾਮ ਵਾਹਿਗੁਰੂ ਜਪ ਲਓ, ਹਰ ਇੱਕ ਬੰਦੇ ਨੂੰ ਆਉਂਦਾ, ਸਿੱਧੀ ਜੀ ਗੱਲ ਹੈ। ਪਰ 2 ਚੀਜ਼ਾਂ ਦਾ ਧਿਆਨ ਰੱਖ ਕੇ ਕਰੋ। ਤੇ ਮੈਂ ਬੇਨਤੀ ਕਰਾਂਗਾ, ਮੈਂ ਇਹ ਹੱਕ 5 ਪਿਆਰਿਆਂ ਦਾ ਹੈ, ਮੈਂ ਬੇਨਤੀ ਕਰ ਸਕਦਾ, ਮੈਂ ਤੁਹਾਨੂੰ ਹੁਕਮ ਨਹੀਂ ਕਰ ਸਕਦਾ। ਇਹ ਜਿਹੜਾ ਹੁਕਮ ਕਰਨਾ ਹੈ ਨਾ, ਉਹ 5 ਪਿਆਰਿਆਂ ਨੇ ਕਰਨਾ ਹੈ। 28 ਤਰੀਕ ਨੂੰ ਸਵੇਰੇ ਜਿਹੜਾ ਅੰਮ੍ਰਿਤ ਛਕਾਉਣਾ, ਨਾਮ ਦੇਣ ਦੀ ਸਿੱਖੀ ਦੇ ਵਿੱਚ ਜਿਹੜਾ ਅਧਿਕਾਰ ਹੈ, ਜਿਹੜਾ ਰਾਈਟ ਹੈ, ਉਹ 5 ਪਿਆਰਿਆਂ ਦਾ ਹੈ। ਸਾਡਾ ਪ੍ਰਚਾਰਕਾਂ ਦਾ ਬੇਨਤੀ ਕਰਨ ਦਾ ਅਧਿਕਾਰ ਹੈ। ਮੈਂ 2 ਬੇਨਤੀਆਂ ਕਰਾਂਗਾ। ਜੇ ਜਾਪ ਕਰਨਾ ਸ਼ੁਰੂ ਕਰੋ, ਇੱਕ ਤਾਂ ਟਾਈਮ ਰੱਖੋ 15 ਕੁ ਮਿੰਟ ਘੱਟੋ ਘੱਟ। ਇਹ ਤੁਹਾਨੂੰ ਆਪਣੇ ਆਪ ਵਧਾਉਣਾ ਪਏਗਾ, ਕਿ ਇਹ ਮੈਂ ਤੁਹਾਨੂੰ ਕਹਿ ਦਿੰਦਾ। ਤੁਸੀਂ 5 ਮਿੰਟ 10 ਮਿੰਟ ਰੱਖ ਲਓ, 1 ਮਹੀਨਾ ਕਰਕੇ ਵੇਖੋ। ਪਰ 2 ਚੀਜ਼ਾਂ ਚਾਹੀਦੀਆਂ ਨੇ। ਇੱਕ ਤਾਂ ਤੁਹਾਡਾ ਉਦੋਂ ਨੀਂਦ ਪੂਰੀ ਹੋਈ ਹੋਣੀ ਚਾਹੀਦੀ ਹੈ, ਇੱਕ ਤੁਹਾਡਾ ਸਰੀਰ ਜਿਹੜਾ ਇਸ਼ਨਾਨ ਪਾਣੀ ਕਰਕੇ ਬੈਠੇ ਹੋ, ਸ਼ੁੱਧ ਥਾਂ ਹੋਵੇ, ਤੇ 2 ਚੀਜ਼ਾਂ ਹੁਣ ਸਮਾਂ ਇੱਕੋ ਬੰਨੋ, ਉਸੇ ਸਮੇਂ ਤੇ ਕਰੋ। ਭਾਵੇਂ 5 ਵਜੇ ਕਰੋ ਸਵੇਰੇ, ਭਾਵੇਂ 4 ਵਜੇ, ਭਾਵੇਂ 6 ਵਜੇ। ਇਹ ਟਾਈਮ ਜਿਹੜਾ ਇਹ ਠੀਕ ਹੈ ਕੰਮ ਕਰਨ ਵਾਲੇ ਬੰਦੇ ਵਾਸਤੇ। ਜ਼ਿਆਦਾ ਸਵੇਰੇ
जे कर सकते हो पहला करो, तुहाडी मर्जी। टाइम एक बनाओ ते एक थां घर दे विच एक बनाओ। यतन करो एक वो बैड घर दे विच रखो जिहदे उत्ते बह के सिर्फ तुसी जाप करो। उत्थे बह के होर घर दी कोई गल नहीं करनी। घर दी कोई गल करनी है वो होर थां ते बह के कर लो। ते घर दे विच 4 फुट जे बैड नहीं तो जमीन ते कपड़ा विछा सकते हो। उत्थे बह के जदों पाठ करना सिर्फ उत्थे ही करो। ते तुसी महीने बाद जे तुसी लगातार करते रहे ते एक टाइम एक रखो, क्योंकि टाइम का बहुत जिंदगी के उत्ते असर पैंदा है। मैं तुहानूं उदाहरण दे देना, मैं अपनी जिंदगी ते हंडा के वेखिया। मैनूं डॉक्टर ने कहा, मैनूं पिछे जद इत्थे हुंदियां काफ़ी साल हो गए ते शरीर ते कोई आई सी रुकावट आई सी काफ़ी वड्डी, तो उदों शरीर बहुत कमज़ोर हो गया ते दवाई रिएक्शन करके मुक्तसर साहब गए सी। कार सेवा वाले ते जांदे हुंदे सी असीं आम। वो शरीर बहुत ਉਹਦੇ दवाई ने खराब करता। मैनू इत्थे डॉक्टर हुंदा सी, डॉक्टर रघबीर, तुसीं जानदे होवोगे फतेहपुर वाला अपना पूंडरी दे नाल फतेहपुर है जिहड़ा, ਉਹ ਤੋਂ ਦਵਾਈ ਲੈ। ਮੈਨੂੰ ਕਹਿੰਦਾ ਵੀ ਦਹੀਂ ਖਾਇਆ ਕਰ। ਮੈਂ ਕਿਹਾ ਵੀ ਦਹੀਂ ਖਾਣ ਤੇ ਦਹੀਂ ਵੱਲ ਮੇਰਾ ਵੇਖਣ ਤੇ ਵੀ ਜੀ ਨਹੀਂ ਕਰਦਾ। ਉਹ ਕਹਿੰਦਾ ਵੀ ਤੂੰ ਇਸ ਤਰ੍ਹਾਂ ਕਰਨਾ ਹੈ, ਇੱਕੋ ਟਾਈਮ ਤੇ ਖਾਣਾ ਹੈ, ਟਾਈਮ ਬੰਦ ਹੈ ਆਪਣਾ, ਉਸ ਟਾਈਮ ਤੇ ਧੱਕੇ ਨਾਲ ਖਾ, 4 दिन खा 8 दिन खा, ਇੱਕੋ टाइम खा ਤੇ ਤੂੰ ਮਹੀਨੇ ਬਾਅਦ ਵੇਖ ਲਈ। ਫਿਰ ਉਹੀ ਗੱਲ ਹੋਈ साध संगत जी, महीने बाद शरीर ने अपने आप दही मंगना शुरू करता भी, और उस टाइम ते मंगना शुरू करता। शरीर एक बड़ा वड्डा यंत्र है। तुसी कदी वेखो ਜਿਹੜੇ टाइम ते आपां रोटी खाने, तुसी वेखो शरीर उस वेले रोटी की भुख लगती ਉਹਨੂੰ। ਜਿਹੜੇ ਵੇਲੇ ਅਸੀਂ ਸੌਂਦੇ ਹਾਂ ਉਸੇ ਵੇਲੇ ਸਰੀਰ ਨੂੰ ਨੀਂਦ ਆਉਂਦੀ ਹੈ। ਮੇਰਾ ਤਜਰਬਾ ਹੈ। ਅਸੀਂ ਵਿਦੇਸ਼ ਜਾਂਦੇ ਹਾਂ ਤੇ ਉੱਥੇ ਟਾਈਮ ਬਦਲ ਜਾਂਦਾ ਹੈ। ਜਦੋਂ ਇੱਥੇ ਦਿਨ ਚੜ੍ਹਦਾ ਉੱਥੇ ਰਾਤ ਪੈ ਜਾਂਦੀ ਹੈ। ਉੱਥੇ ਜਦੋਂ ਅਸੀਂ ਜਾਂਦੇ ਹਾਂ ਤੇ ਉੱਥੇ ਕਈ ਦਿਨ ਸਾਧ ਸੰਗਤ ਜੀ ਸਵੇਰੇ ਜਦੋਂ ਦਿਨ ਚੜ੍ਹਦਾ ਇੱਥੋਂ ਦੇ ਹਿਸਾਬ ਨਾਲ ਸਰੀਰ ਹਿਲਿਆ ਹੁੰਦਾ ਹੈ ਤੇ ਉੱਥੋਂ ਦੇ ਦਿਨ ਦੀ ਉਹ ਪਰਵਾਹ ਨਹੀਂ ਕਰਦਾ। ਉਹਨੇ ਆਪਣੇ ਟਾਈਮ ਤੇ ਸਰੀਰ ਨੇ ਨੀਂਦ ਮੰਗਣੀ ਹੈ, ਉਹਦਾ ਟਾਈਮ ਹੋ ਗਿਆ। ਤੇ ਜੇ ਸਰੀਰ टाइम के उत्ते रोटी मंगता है, जे शरीर टाइम के उत्ते नींद मंगता है, तो जे शरीर के नाल नाम जपांगे तो शरीर उस टाइम के उत्ते नाम भी मंगेगा जरूर, पर करांगे तो तां ही मंगेगा ना। एक तो टाइम बंधना ते एक साध संगत जी थां जिहड़ा है एक रखो ते उस थां के उत्ते बह के होर कोई गल ना करो। इन्ना को परहेज करके मैं समझांगा समागम का फायदा तां है। कला ये ना समझा जे भी 9 मिनटां करतियां ना, तो हुण जिहड़े बंदे मेरे वर्गियां दा बोलना ही हुंदा है, जथियां दा नाम बोलता होर, इहदे वास्ते कला नहीं। जे सच्ची पुछो, मैं गुरु साहब की हजूरी विच कहना, ये सच्चे पातशाह इस चीज़ तो बचा के भी रखण, ते ना ही कदी इच्छा हुई है इस चीज़ की। इच्छा सिर्फ हुई है कि जिहड़ी 1430 अंगां ते गल सच्चे पातशाह ने कही है, ਉਹਦੇ ਵਿੱਚੋਂ ਕਿਸੇ ਸਾਡੇ 4-10 ਸਰੀਰਾਂ ਦੇ ਵਿੱਚ ਆਏ ਸਾਲ ਪੈ ਜਾਏ ਤੇ ਉਹਦੇ ਨਾਲ ਜਿਹੜਾ ਐਡਾ ਵੱਡਾ ਪਲੇਟਫਾਰਮ ਸਾਨੂੰ ਹਾਬੜੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਮਿਲਿਆ ਨਾ, ਅਸੀਂ ਉਹ ਵੀ ਟਾਈਮ ਹਟਾਇਆ ਜਦੋਂ ਅਸੀਂ ਗਲੀਆਂ ਦੇ ਵਿੱਚ ਤੁਰ ਕੇ ਤੇ ਉਹ ਪਰਲੇ ਗੁਰਦੁਆਰੇ ਜਾਂ ਦੂਜਿਆਂ ਗੁਰਦੁਆਰਿਆਂ ਵਿੱਚ ਜਾ ਕੇ ਉੱਥੇ ਸਿਰਫ ਮੱਥਾ ਟੇਕਣਾ। ਚਲੋ ਚੰਗਾ ਸੀ ਉਹ ਵੀ ਸਮਾਂ, ਤੇ ਪ੍ਰਸ਼ਾਦ ਉੱਥੋਂ ਲੈਣਾ ਤੇ ਅਸੀਂ ਸੋਚਣਾ ਵੀ ਗੱਲ ਖਤਮ ਹੋ ਗਈ ਤੇ ਆਪਣਾ ਚਲੋ ਵੀ ਘਰ ਚੱਲੀਏ। ਨਾ ਕੋਈ ਸਾਨੂੰ ਪਤਾ ਗੁਰੂ ਕੌਣ ਸਨ, ਗੁਰਬਾਣੀ ਕੀ ਕਹਿੰਦੀ ਹੈ। ਹੁਣ ਥਾਂ ਮਿਲ ਗਿਆ ਜੇ, ਇਹਦੀ ਵਰਤੋਂ ਕਰੀਏ, ਇੱਥੇ ਗੁਰਬਾਣੀ ਸਿੱਖੀਏ। ਹੁਣ ਗੱਲ ਛੋਟੀ ਜੀ ਕਰਾਂ, ਜਿਹੜੀ ਦੁੱਖ ਦੀ ਗੱਲ ਮੈਂ ਕਰ ਰਿਹਾ ਸੀ, ਦੁੱਖ ਦੇ ਹਟਾਉਣ ਦੇ ਬਾਣੀ ਦੇ ਵਿੱਚ ਬੜੇ ਤਰੀਕੇ ਆਏ ਨੇ। ਪਹਿਲੀ ਗੱਲ ਤੇ ਮਹਾਰਾਜ ਨੇ ਕਿਹਾ ਹਉਮੈ ਦਾ ਤਿਆਗ ਕਰ ਦੇ। ਹਉਮੈ ਹੀ ਦੁੱਖ ਸਭ ਤੋਂ ਵੱਡਾ। ਚਲੋ ਇਹ ਤੇ ਗੱਲਾਂ ਵੱਡੀਆਂ ਨੇ। ਜਾਂ ਮੈਂ ਕੱਲ ਕਿਹਾ ਸੀ ਵੀ ਇਹ ਬੇਦਾਤ ਤੇਰੀ ਦਾਤਾਰ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਪੁੱਛਿਆ ਵੀ ਦੁੱਖ ਹਟਾਉਣ ਦਾ ਕੋਈ ਦਵਾਈ ਦੱਸੋ। ਕਹਿੰਦੇ ਬਈ ਠੀਕ ਹੈ, ਅਰਦਾਸ ਕਰੋ ਤੇ ਨਾਮ ਜਪੋ, ਗੁਰੂ ਸਮਰੱਥ ਹੈ, ਬੰਦੇ ਦੇ ਦੁੱਖ ਹਟਾਉਂਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇੱਕ ਇਹ ਪੱਖ ਹੈ, ਅਰਦਾਸ ਕਰੋ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸੇਵਾ ਕਰਨੀ, ਸਿਮਰਨ ਕਰਨਾ,
ਦਸਵੰਧ ਕੱਢਣਾ, ਗੁਰੂ ਤੇ ਭਰੋਸਾ ਰੱਖਣਾ ਤੇ ਗੁਰਮੁਖਾਂ ਦੀ ਸੰਗਤ ਕਰਨੀ, ਇਹਦੇ ਨਾਲ ਦੁੱਖ ਹਟਦਾ ਹੈ। ਗੁਰੂ ਸਾਹਿਬ ਨੇ ਫਿਰ ਜਪਜੀ ਸਾਹਿਬ ਵਿੱਚ ਕਈ ਸਾਧਨ ਦੱਸੇ ਨੇ। ਇੱਕ ਸਾਧਨ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੱਸਿਆ, ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਜੇ ਦੁੱਖ ਆ ਗਿਆ ਤੇ ਆਦਤ ਪਾ ਵੀ ਦੁੱਖ ਨੂੰ ਖਿੜੇ ਮੱਥੇ ਝੋਲੀ ਵਿੱਚ ਪਵਾ ਲੈ ਵੀ ਸੱਚੇ ਪਾਤਸ਼ਾਹ ਇਹ ਬੇਦਾਤ ਤੇਰੀ ਦਾਤਾਰ, ਕੇਤਿਆਂ ਦੁੱਖ ਭੂਖ ਸਦ ਮਾਰ। ਕਿੰਨਿਆਂ ਲੋਕਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਸਦਾ ਪੈਂਦੀ ਰਹਿੰਦੀ ਹੈ, ਉਹ ਕੀ ਕਰਨ? ਉਹਨਾਂ ਦੇ ਆਦ ਵਿੱਚ, ਉਹਨਾਂ ਦੀ ਪਰਾਲਵ ਤੇ ਪੁਰਾਣੇ ਕਰਮਾਂ ਦੇ ਵਿੱਚ ਦੁੱਖ ਥਾਂ ਪਕੜ ਕਰ ਗਿਆ ਹੈ। ਹੁਣ ਸਾਧਨ ਵੀ ਕਰਨੇ ਆ ਕਈ ਵਾਰੀ ਆਪਾਂ ਕਹਿੰਦੇ ਆ ਵੀ ਸਾਰਾ ਕੁਝ ਕਰਾ ਲਿਆ, ਨਹੀਂ ਹਟਿਆ। ਉਹਦਾ ਕਾਰਨ ਹੈ ਉਹਦੀ ਜੜ ਕਿੱਥੇ ਬਹੁਤ ਦੂਰ ਪਿੱਛੇ ਚਲੀ ਗਈ, ਕਿਉਂਕਿ ਕਰਮ ਅਸੀਂ ਹੁਣ ਜਿੱਥੇ ਕੀਤਾ ਅਸੀਂ ਤੇ ਇਸ ਜਨਮ ਦੇ ਭੁੱਲ ਗਏ ਹਾਂ, ਪਿਛਲੇ ਜਨਮ ਦੇ ਕਿੱਥੇ ਸਾਨੂੰ ਯਾਦ ਹੋਣਗੇ। ਅਸੀਂ ਕਹਿੰਦੇ ਨਾ ਮਾੜਾ ਤੇ ਕੀਤਾ ਕੋਈ ਨਹੀਂ ਸਾਧ ਸੰਗਤ ਜੀ, ਜ਼ਿੰਦਗੀ ਆ 50 ਸਾਲਾਂ ਤੱਕ ਸੀਮਤ ਨਹੀਂ ਜੇ। ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਇਹ 50 60 70 ਸਾਲ ਜਿਹੜੇ ਅਸੀਂ ਹੁਣ ਜੀ ਰਹੇ, ਇੱਥੋਂ ਤੱਕ ਸੀਮਤ ਨਹੀਂ। ਜ਼ਿੰਦਗੀ ਹਜ਼ਾਰਾਂ ਸਾਲਾਂ ਵਿੱਚੋਂ ਲੰਘੀ ਹੈ ਪਿੱਛੋਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਤੇ ਬਾਕੀ ਹੁਣ ਵੀ ਬਥੇਰੇ ਮਤਲਬ ਗੱਫੇ ਵੰਡਣ ਵਾਲੇ ਨਾ ਸਾਡੇ ਸਮਾਜ ਦੇ ਵਿੱਚ ਆ ਗੰਦ ਬੜਾ ਪਾਇਆ ਹੋਇਆ ਹੈ। ਆ ਦੂਜਾ ਹੁਣ ਮੈਂ ਉਹਦਾ ਨਾਂ ਨਹੀਂ ਲੈਣਾ, ਬਾਕੀ ਗੰਦ ਬਹੁਤ ਪਿਆ ਹੋਇਆ ਹੈ। ਹੁਣ ਹੈ ਨੇ ਇਹ, ਚਲੋ ਅਲੱਗ ਤੋਂ ਛੱਡੋ, ਤੁਸੀਂ ਗੁਰੂ ਸਾਹਿਬ ਤੇ ਭਰੋਸਾ ਰੱਖੋ, ਪਰ ਤੁਸੀਂ ਉਹਦੇ ਪਿੱਛੇ ਕਿਤੇ ਜੇ ਕਰਮ ਲੜੀ ਦੇ ਵਿੱਚ ਗੁਰੂ ਦੀ ਕਿਰਪਾ ਹੈ ਤੇ ਸਾਧ ਸੰਗਤ ਜੀ ਦੁਨੀਆ ਦੀ ਕੋਈ ਚੀਜ਼ ਵੀ ਤੁਹਾਡੇ ਤੇ ਹੋ ਨਹੀਂ ਸਕਦੀ। ਜਿਹੜਾ ਇਹ ਮਹਾਰਾਜ ਨੇ ਕਿਹਾ ਵੀ ਪ੍ਰਵਾਨ ਕਰ ਲੈ, ਇਹ ਬੇਦਾਤ ਤੇਰੀ ਦਾਤਾਰ, ਅੱਜ ਹੀ ਪ੍ਰਵਾਨ ਕਰ ਲਈਏ ਤੇ 50% ਦੁੱਖ ਹੁਣੇ ਹੀ ਡਿੱਗ ਪਏਗਾ। ਇੱਕ ਇਹ ਤਰੀਕਾ ਦੱਸਿਆ ਤੇ ਇੱਕ ਭਾਈ ਗੁਰਦਾਸ ਜੀ ਦਾ ਮੈਂ ਅਗਲੇ 5 ਮਿੰਟਾਂ ਦੇ ਵਿੱਚ ਕਵਿਤ ਤੁਹਾਡੇ ਨਾਲ ਸਾਂਝਾ ਕਰ ਦੇਣਾ। ਉਹ ਦੁੱਖ ਦਾ ਸਭ ਤੋਂ ਐਂਡ ਵਾਲਾ ਤਰੀਕਾ ਦੱਸਦੇ ਨੇ ਵੀ ਜਿਹੜਾ ਕਿਸੇ ਤੋਂ ਵੀ ਦੁੱਖ ਨਾ ਹਟੇ, ਉਸ ਚੀਜ਼ ਨਾਲ ਕਹਿੰਦੇ ਦੁੱਖ ਹਟਦਾ ਹੈ। ਉਹ ਦੁੱਖ ਉਹ ਕਹਿੰਦੇ ਨੇ ਕਿ ਜਿਹੜਾ ਕਿਸੇ ਚੀਜ਼ ਦੇ ਨਾਲ ਸਮੱਸਿਆ ਨਹੀਂ ਹਟਦੀ, ਉਹ ਇਹਦੇ ਨਾਲ ਹਟਦੀ ਹੈ। ਉਹ ਕਾਹਦੀ ਹੈ? ਉਹ ਇਹ ਹੈ, ਨੱਕ ਸਿੱਖ ਲੋ ਸਗਲ ਅੰਗ ਕਾਟ ਕਾਟ, ਸਿੱਖਣ ਕੇ ਚਰਨ ਪਰਵਾਰੀ ਹੈ। ਭਾਈ ਗੁਰਦਾਸ ਸਾਹਿਬ ਜੀ, ਨੱਕ ਦਾ ਅਰਥ ਹੈ ਨਹੁੰ, ਸਿੱਖ ਦਾ ਅਰਥ ਹੈ ਜੂੜਾ, ਸਿਖਾ, ਜੂੜਾ ਸ਼ਬਦ ਵਰਤਿਆ ਦਾ। ਹੁਣ ਸਾਡੇ ਵਾਲੇ ਦੇ ਵੀਰ ਆ ਗਏ ਨਾ, ਉਹਨੂੰ ਭਾਈ ਗੁਰਦਾਸ ਜੀ ਨੂੰ ਬ੍ਰਾਹਮਣ ਕਹਿਣ ਲੱਗ ਪਏ ਨੇ। ਕਿਉਂ? ਉਹ ਸਿੱਖ ਦਾ ਸ਼ਬਦ ਕਹਿਣਗੇ ਨਾ, ਸਿਖਾ ਕਿਹਾ, ਸਿਖਾ ਹਿੰਦੂਆਂ ਦੀ ਹੁੰਦੀ ਹੈ। ਸਿੱਖ ਦਾ ਅਰਥ ਸਿਰਾ ਹੁੰਦਾ ਵੈਸੇ, ਯਾਨੀ ਕਿ ਸਿਰ ਤੱਕ। ਸਿੱਖ ਸ਼ਬਦ ਸਿਰ ਤੋਂ ਬਣਿਆ। ਇਹਨਾਂ ਇਹ ਵੀ ਚੀਜ਼ ਚਲੋ ਗੁਰੂ ਕਿਰਪਾ ਕਰੇ, ਸਮੱਤ ਬਖਸ਼ੇ, ਹੌਲੀ ਹੌਲੀ ਪਤਾ ਲੱਗ ਜਾਏ ਵੀ ਐਵੇਂ ਨਾ ਕੌਮ ਦੇ ਵਿੱਚ ਦੁਬਦਾ ਨਾ ਪਾਈਏ। ਕੌਮ ਨੇ ਪਹਿਲਾਂ ਹੀ ਬੜਾ ਕੁਝ ਝੱਲਿਆ ਤੇ ਆਪਾਂ ਇਕੱਠਾ ਕਰਨ ਵਾਲੀ ਗੱਲ ਕਰੀਏ, ਆਪਾਂ ਖਿਲਾਰਨ ਵਾਲੀ ਗੱਲ ਨਾ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਦੁੱਖ ਇਸ ਤਰ੍ਹਾਂ ਹਟ ਸਕਦਾ ਹੈ, ਨੱਕ ਸਿੱਖ ਲਓ ਸਗਲ ਅੰਗ। ਨੱਕ ਮੈਨੇ ਨਹੁੰ ਤੋਂ ਲੈ ਕੇ ਭਾਈ ਗੁਰਦਾਸ ਕਹਿੰਦੇ ਸਿਰ ਤੱਕ, ਸਗਲ ਅੰਗ ਸਾਰੇ ਅੰਗ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਐ। ਇਹ ਸਾਰੇ ਸਰੀਰ ਦੇ ਅੰਗ ਜਿਹੜੇ ਸਿੱਖਾਂ ਦੇ ਚਰਨ ਤੋਂ ਵਾਰੀਏ। ਭਾਵ ਇਹਦਾ ਕੀ ਹੈ? ਇਹਦਾ ਭਾਵ ਹੈ ਗੁਰ ਸਿੱਖਾਂ ਦੀ ਪਿਆਰ ਦੇ ਨਾਲ ਸੇਵਾ ਕਰੀਏ। ਵੇਖੋ ਗੁਰੂ ਦੀ ਸੇਵਾ ਵੱਡੀ ਹੈ, ਇੱਥੇ ਸਿੱਖਾਂ ਦੀ ਸੇਵਾ ਦੀ ਗੱਲ ਕੀਤੀ ਹੈ। ਕਿਉਂਕਿ ਮੈਂ ਆਪ ਜੀ ਨੂੰ ਬੇਨਤੀ ਕਰਾਂ, ਤੁਸੀਂ ਸਿੱਖ ਨੂੰ ਨਾਰਾਜ਼ ਕਰਕੇ ਗੁਰੂ ਤੋਂ ਕਦੀ ਖੁਸ਼ੀ ਨਹੀਂ ਲੈ ਸਕਦੇ, ਇਹ ਯਾਦ ਰੱਖਿਆ ਜੇ। ਸਿੱਖ ਦੀ ਖੁਸ਼ੀ ਗੁਰੂ ਦੀ ਖੁਸ਼ੀ ਹੈ, ਪੁੱਤਰ ਦੀ ਖੁਸ਼ੀ ਮਾਂ ਦੀ ਖੁਸ਼ੀ ਹੈ। ਮਾਂ ਭਾਵੇਂ ਭੁੱਖੀ ਹੋਵੇ, ਤੁਸੀਂ ਪੁੱਤਰ ਦੇ ਮੂੰਹ ਦੇ ਵਿੱਚ ਗਰਾਹੀ ਪਾ ਦਿਓ ਤੇ ਮਾਂ ਅਸੀਸਾਂ ਦੇਣ ਲੱਗ ਪੈਂਦੀ। ਗੁਰੂ ਠੀਕ ਹੈ, ਗੁਰੂ ਵੱਡਾ ਹੈ, ਪਰ ਸਾਧ ਸੰਗਤ ਜੀ ਅਸੀਂ ਸਿੱਖਾਂ ਨੂੰ ਤੇ ਮਾਰਨੇ ਆ ਸੂਈਆਂ ਸਾਰਾ ਦਿਨ, ਤੇ ਕਹਿੰਦੇ ਆ ਅਸੀਂ ਗੁਰੂ ਨੂੰ ਮੰਨਦੇ ਆ, ਅਸੀਂ ਤੇ ਗਿਆਨ ਨੂੰ ਮੰਨਦੇ ਆ। ਸਾਰਾ ਦਿਨ ਮਾਰੀਆਂ ਸੂਈਆਂ ਤੇ ਸੁੱਖ ਕਿੱਥੋਂ ਮਿਲੇਗਾ? ਉਹ ਬਈ ਗੁਰੂ ਸਿੱਖਾਂ ਦੇ ਵਿੱਚ ਹੀ ਵਰਤਦਾ ਹੈ। ਕਿੰਨੀਆਂ ਉਦਾਹਰਨਾਂ ਭਰੀਆਂ ਪਈਆਂ ਨੇ ਇਤਿਹਾਸ ਦੀਆਂ। ਭਾਈ ਬੁੱਧੂ ਦੇ ਆਵੇ ਦੀ ਗੱਲ ਆਉਂਦੀ ਹੈ, ਭਾਈ ਕਮਲੀਆ ਜੀ ਦੀ ਗੱਲ ਆਉਂਦੀ ਹੈ, ਉਹ ਕਸ਼ਮੀਰ ਵਾਲੇ ਸਿੱਖ ਦੀ ਗੱਲ ਆਉਂਦੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਗਏ ਸੀ
ਤੇ ਉਹ ਰਾਹ ਵਿੱਚ ਸੰਗਤ ਜਾਂਦੀ ਸੀ। ਇੱਕ ਸਿੱਖ ਕੋਲ ਸ਼ਹਿਦ ਸੀ ਤੇ ਦੂਜੇ ਸਿੱਖ ਨੂੰ ਸੀ ਸਾਹ ਦੀ ਥੋੜੀ ਜਿਹੀ ਪ੍ਰੋਬਲਮ, ਤੇ ਉਹਨੇ ਕਿਹਾ ਵੀ ਥੋੜਾ ਜਿਹਾ ਸ਼ਹਿਦ ਦੇ ਦੇ ਮੈਨੂੰ, ਮੇਰਾ ਸਰੀਰ ਕੰਮ ਨਹੀਂ ਦਿੰਦਾ ਪਿਆ। ਹੁਣ ਉੱਥੇ ਮਰਿਆਦਾ ਆ ਗਈ। ਮਰਿਆਦਾ ਚੰਗੀ ਚੀਜ਼ ਹੈ, ਨੇਮ ਚੰਗੀ ਚੀਜ਼ ਹੈ, ਪਰ ਕਈ ਵਾਰੀ ਨਾ ਸਾਧ ਸੰਗਤ ਜੀ ਪ੍ਰੇਮ ਐਸੀ ਚੀਜ਼ ਹੈ, ਕਈ ਵਾਰੀ ਉੱਥੇ ਨੇਮ ਨੂੰ ਨਾ ਵੀ ਤੁਸੀਂ ਕਰੋ ਤੇ ਪ੍ਰੇਮ ਅੱਗੇ ਲੰਘ ਜਾਂਦਾ। ਹੁਣ ਉਹ ਨੇਮ ਦਾ ਵਜ੍ਹਾ ਸੀ, ਉਹ ਕਹਿੰਦਾ ਵੀ ਜੇ ਸ਼ਾਇਦ ਤੈਨੂੰ ਦੇ ਦਿੱਤਾ ਤੇ ਭੋਗ ਲਵਾਉਣਾ ਗੁਰੂ ਸਾਹਿਬ ਨੂੰ, ਤੇ ਪਹਿਲਾਂ ਤੂੰ ਲਾ ਦਿੱਤਾ ਤੇ ਮਰਿਆਦਾ ਤੇ ਟੁੱਟ ਗਈ। ਉਹ ਕਹਿੰਦਾ ਵੀ ਚੰਗਾ ਠੀਕ ਹੈ ਨਾ ਦੇ। ਸ਼ਹਿਦ ਲੈ ਕੇ ਜਦੋਂ ਗੁਰੂ ਸਾਹਿਬ ਕੋਲ ਗਏ ਤੇ ਗੁਰੂ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖਿਆ। ਉਹ ਕਹਿੰਦੇ ਉਹ ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ, ਤੇ ਹੁਣ ਮੇਰੇ ਅੱਗੇ ਖੋਲ ਕੇ ਰੱਖੀ ਜਾ। ਉਹ ਕਹਿੰਦੇ ਮਹਾਰਾਜ ਤੁਸੀਂ ਕਦੋਂ ਮੰਗਿਆ ਸੀ, ਤੁਸੀਂ ਇਹ ਕਦੋਂ ਮੰਗਿਆ ਸੀ? ਕਹਿੰਦੇ ਰਾਹ ਵਿੱਚ ਜਦੋਂ ਮੇਰਾ ਸਿੱਖ ਜਿਹਨੂੰ ਸਾਹ ਦੀ ਸਮੱਸਿਆ ਹੈ, ਸਾਹ ਲੈਣ ਦੀ, ਜਦੋਂ ਉਹਨੇ ਸ਼ਹਿਦ ਮੰਗਿਆ ਸੀ, ਉਹ ਉਹਨੇ ਨਹੀਂ ਸੀ ਮੰਗਿਆ, ਉਹ ਸ਼ਾਇਦ ਮੈਂ ਹੀ ਮੰਗਿਆ ਸੀ। ਉੱਥੇ ਦਾ ਜਵਾਬ ਦੇ ਦਿੱਤਾ ਤੂੰ। ਸਿੱਖ ਦੀ ਸੇਵਾ ਬੜੀ ਵੱਡੀ ਹੈ, ਤੇ ਜਦੋਂ ਸੇਵਾ ਦਾ ਮਤਲਬ ਕੀ ਹੈ? ਜਦੋਂ ਪ੍ਰੇਮ ਭਾਵ ਰੱਖਾਂਗੇ। ਹੁਣ ਜਦੋਂ ਅਸੀਂ ਵੇਖਣੇ ਇਸ ਤਰ੍ਹਾਂ ਕੈਰੀ ਅੱਖ ਨਾਲ ਨਾ ਫਲਾਣਾ ਆ ਗਈ, ਬਈ ਆ ਗਈ, ਇਹ ਆ ਕਰਨਾ ਚਾਹੁੰਦਾ ਹੈ, ਇਹਦਾ ਆਪਾਂ ਵਿਰੋਧ ਕਰਨਾ ਹੈ, ਇਹ ਉਸ ਵੇਲੇ ਗੁਰੂ ਦੀ ਖੁਸ਼ੀ ਦੂਰ ਚਲੀ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਥੋਂ ਸ਼ੁਰੂ ਕਰੀਏ ਦੁੱਖ ਨੂੰ ਟਾਉਣ ਲਈ। ਨਖ ਸਿੱਖ ਲੋ ਸਗਲ ਅੰਗ ਕਾਟ ਕਾਟ, ਸਿੱਖਣ ਕੇ ਚਰਨ ਪਰਵਾਰੀ ਹੈ। ਅੱਗੇ ਕਹਿੰਦੇ ਅਗਨ ਜਲਾਏ ਹੁਣ ਪੀਸਨ ਪਿਛਾਏ ਤਾਹੇ। ਕਹਿੰਦੇ ਫਿਰ ਉਹਨਾਂ ਅੰਗਾਂ ਨੂੰ ਅੱਗ ਦੇ ਵਿੱਚ ਮੈਂ ਸਾੜ ਦਿਆਂ। ਕਿੰਨੀ ਸਿੱਖ ਨਾਲ ਪ੍ਰੇਮ ਕੀਤਾ ਹੈ। ਅਗਨ ਜਲਾਏ ਫੁਨ ਪੀਸਨ, ਤੇ ਜਦੋਂ ਉਹ ਅੱਗ ਵਿੱਚ ਸੜ ਜਾਣ ਫਿਰ ਉਹਨੂੰ ਚੱਕੀ ਵਿੱਚ ਪੀਹ ਦਿਆਂ ਮੈਂ। ਪੀਸਨ ਪਿਛਾਏ ਤਾਹੇ ਲੈ ਉੱਡੈ ਪਵਨ ਹੋਏ ਅਨੇਕ ਪ੍ਰਕਾਰੀਐ। ਤੇ ਮੇਰੀ ਬੇਨਤੀ ਹੈ ਵੀ ਹਵਾ ਆਵੇ, ਹੇ ਹਵਾ ਤੂੰ ਆ ਤੇ ਮੇਰੀ ਉਸ ਬਣੀ ਹੋਈ ਸਵਾਹ ਨੂੰ ਉਡਾ ਕੇ ਲੈ ਜਾ। ਤੇ ਉਡਾ ਕੇ ਕਿੱਥੇ ਲੈ ਜਾ? ਜਤ ਕਤ ਸਿੱਖ ਪੰਥ ਧਰੈ ਗੁਰ ਪੰਥ ਪ੍ਰਾਂਤ। ਅੱਜ ਜਿੱਥੇ ਤੁਸੀਂ ਆਏ ਹੋ, ਜਤ ਕਤ ਜਿੱਥੇ ਕਿਥੇ, ਜਤ ਕਤ ਸਿੱਖ ਗੁਰ ਪੰਥ, ਗੁਰੂ ਦਾ ਪੰਥ, ਗੁਰੂ ਦਾ ਮਾਰਗ, ਗੁਰੂ ਦੇ ਦਰਸ਼ਨ ਕਰਨ ਵਾਸਤੇ ਸਿੱਖ ਆ ਰਿਹਾ ਜਿਹੜੇ ਰਸਤੇ ਦੇ ਉੱਤੇ। ਤੇ ਜਿੱਥੇ ਉਹ ਪੈਰ ਰੱਖਦਾ ਹੈ, ਜਤ ਕਤ ਸਿੱਖ ਗੁਰ ਪੰਥ ਪੱਗ ਧਰੈ ਪ੍ਰਾਂਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਮੇਰੇ ਸਰੀਰ ਦੀ ਉਸ ਵਾਹ ਨੂੰ ਹੇ ਹਵਾ ਉਸ ਰਾਹ ਤੇ ਵਿਛਾ ਦੇਈ, ਕਿਉਂਕਿ ਤਾਹੇ ਪਦ ਪਾਦਿਕ ਚਰਨ ਲਿਵ ਲਾਗੀ ਰਹਿ। ਕਿਉਂਕਿ ਸਿੱਖਾਂ ਦੇ ਚਰਨਾਂ ਦੇ ਥੱਲੇ ਜਿਸ ਬੰਦੇ ਦਾ ਸਰੀਰ, ਉਹਦੀ ਧੂੜ ਆ ਜਾਂਦੀ ਹੈ, ਪਰਮਾਤਮਾ ਦੇ ਚਰਨਾਂ ਨਾਲ ਉਹਦੀ ਲਿਵ ਲੱਗ ਜਾਂਦੀ ਹੈ। ਤਾਹੇ ਪਦ ਦਾ ਅਰਥ ਹੈ ਪੈਰ, ਪਦ ਪਾਦਿਕ ਚਰਨ ਲਿਵ ਲਾਗੀ ਰਹਿ, ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਐ। ਇਸ ਸੇਵਕ ਦੀ ਗੱਲ ਰਹਿਤਨਾਮਿਆਂ ਵਿੱਚ ਵੀ ਲਿਖਿਆ ਹੈ। ਅੱਜ ਤੇ ਹੁਣ ਅਸੀਂ ਆ ਗਏ ਕੱਟੜਵਾਦ ਦੇ ਵਿੱਚ। ਰਹਿਤਨਾਮਿਆਂ ਵਿੱਚ ਲਿਖਿਆ ਹੈ, ਜਿੱਥੇ ਸਿੰਘਾਂ ਦੇ ਕੇਸਾਂ ਦਾ ਪਾਣੀ ਡਿੱਗੇ ਉੱਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ। ਕੇਸਾਂ ਦਾ ਪਾਣੀ ਪਤਾ ਕੀ ਹੈ? ਜਦੋਂ ਆਪਾਂ ਕੇਸੀ ਇਸ਼ਨਾਨ ਕਰਨੇ ਨਾ, ਤੇ ਕੇਸੀ ਇਸ਼ਨਾਨ ਕਰਕੇ ਬੰਦਾ ਕੇਸ ਪਿਛਾਂ ਨੂੰ ਸਿੱਟਦਾ ਹਰੇ ਕਰਨ ਵਾਸਤੇ, ਤੇ ਉਹ ਛੋਟੀਆਂ ਛੋਟੀਆਂ ਬੂੰਦਾਂ ਕੇਸਾਂ ਦੇ ਨਾਲ ਧਰਤੀ ਤੇ ਡਿੱਗਦੀਆਂ ਨੇ। ਕਿਉਂ? ਕਿਉਂਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਦੇ ਅੰਦਰ ਬਾਣੀ ਹੈ, ਉਹਦੇ ਦਸਮ ਦੇ ਅੰਦਰ, ਉਹਦੇ ਸਿਰ ਦੇ ਅੰਦਰ ਬਾਣੀ ਵਸੀ ਹੋਈ ਹੈ। ਇਹਨੂੰ ਇਹ ਨਾ ਸਮਝੋ ਮੈਂ ਕਿਸੇ ਸਾਦਾ ਸਰੀਰਾਂ ਨੂੰ ਮੈਂ ਪ੍ਰਮੋਟ ਕਰ ਰਿਹਾ। ਗੁਰੂ ਦੀ ਗੱਲ ਮੰਨ ਲਓ, ਮੇਰੀ ਨਾ ਮੰਨ ਲਓ, ਬਾਣੀ ਪੜ੍ਹ ਕੇ ਵੇਖ ਲਓ ਬਾਣੀ ਕੀ ਕਹਿੰਦੀ ਹੈ। ਨਾਮ ਜਪਣ ਵਾਲਾ ਸਾਧੂ ਜਿਹੜਾ ਹੈ, ਸਾਧੂ ਪਰਸਨੈਲਿਟੀ ਦਾ ਨਾਮ ਹੈ। ਸਾਧੂ ਵਸਤਰ ਤੇ ਉਹ ਜਿਵੇਂ ਦੇ ਮਰਜ਼ੀ ਪਾ ਲੈ, ਜਿਵੇਂ ਦੇ ਮਰਜ਼ੀ ਵਸਤਰ ਪਾਉਂਦਾ। ਜੇ ਉਹ ਕੰਮ ਕਰਦਾ ਹੈ, ਜੇ ਕੁਝ ਨਾ ਕੁਝ ਨਿਤਨੇਮ ਕਰਦਾ ਹੈ, ਤਾਂ ਅਸੀਂ ਉਹਦਾ ਵਿਰੋਧ ਕਰਨੇ ਆ ਤੇ ਅਸੀਂ ਸਜ਼ਾ ਦੇ ਭਾਗੀਦਾਰ ਹਾਂ। ਤੇ ਆਮ ਸਿੱਖ ਵੀ ਇੱਥੇ ਇਕੱਲੇ ਇਹ ਨਹੀਂ ਕਿ ਕੋਈ ਡੇਰੇ ਦੀ ਗੱਲ ਹੈ। ਜੇ ਕੋਈ ਗੁਰਸਿੱਖ ਕਿਰਤ ਕਰਦਾ ਵੀ ਇਸ ਨਿਯਮ ਨੂੰ ਨਿਭਾਉਂਦਾ ਹੈ, ਤੇ ਉਹਦੇ ਚਰਨਾਂ ਦੀ ਧੂੜ ਵੀ ਉਹੀ ਕੰਮ ਕਰਦੀ ਹੈ। ਸਾਧ ਸੰਗਤ ਜੀ, ਇਸ ਕਰਕੇ ਜਿੱਥੇ ਸਿੱਖਾਂ ਦੇ ਕੇਸਾਂ ਦਾ ਪਾਣੀ ਡਿੱਗੇ
ਉਹਨਾਂ ਦੇ ਕੇਸਾਂ ਦੀਆਂ ਹੁਣ ਸਿੱਖਾਂ ਵਿੱਚ ਤੇ ਇੰਨੀਆਂ ਬਰਕਤਾਂ ਨੇ, ਬਾਣੀ ਵਿੱਚ ਤੇ ਇੰਨੀਆਂ ਬਰਕਤਾਂ ਨੇ, ਉੱਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ। ਮੈਂ ਆਪਣੀ ਅੱਖਾਂ ਨਾਲ ਵੇਖਿਆ ਕਈ ਜਿਹੜੇ ਸੇਵਾ ਕਰਨ ਵਾਲੇ ਪਰਿਵਾਰ ਨੇ, ਥਾਂ ਨੇ, ਗੁਰੂ ਨੇ ਭਾਗ ਲਾਏ ਨੇ, ਬੜਿਆਂ ਨੂੰ ਲਾਏ ਨੇ। ਇੱਥੇ ਨਹੀਂ, ਮੈਂ ਜਿੰਨਾ ਕੁ ਫਿਰਨ ਦਾ ਸਮਾਂ ਮਿਲਿਆ ਬੜੇ ਥਾਵਾਂ ਤੇ ਵੇਖਿਆ। ਸੋ ਇਹ ਜਿਹੜਾ ਦੁੱਖ ਸੰਸਾਰ ਦੇ ਵਿੱਚ ਨਾਮ ਦੇ ਨਾਲ ਹੀ ਹਟਣਾ ਹੈ, ਨਾਮ ਹੀ ਚਾਬੀ ਹੈ। ਤੇ ਬਾਕੀ ਦੋ ਹੀ ਚੀਜ਼ਾਂ ਦਿੱਤੀਆਂ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਸਾਧ ਸੰਗਤ, ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ, ਤੇ ਹਰ ਕੀਰਤ ਹਰੀ ਦੀ ਕੀਰਤ, ਨਾਮ ਜਪਣਾ। ਸੋ ਬਹੁਤਾ ਮੈਂ ਅੱਗੇ ਨਾ ਜਾਵਾਂ। ਕੱਲ ਨੂੰ ਸਮਾਗਮ ਸ਼ੁਰੂ ਹੋਣਾ ਤੇ ਕੱਲ ਨੂੰ ਭਾਈ ਸੁਖਪ੍ਰੀਤ ਸਿੰਘ ਜੀ ਸਭਰਾਵਾਂ ਵਾਲੇ ਢਾਡੀ ਜਥਾ, ਤੇ ਬਾਬਾ ਕਸ਼ਮੀਰਾ ਸਿੰਘ ਜੀ, ਬਾਬਾ ਗੁਰਿੰਦਰ ਸਿੰਘ ਜੀ, ਕੱਲ ਸੰਤਾਂ ਦਾ ਵੀ ਨਾਲ ਟਾਈਮ ਹੈ। ਭਾਈ ਆਪਣਾ ਤੇਜਪਾਲ ਸਿੰਘ ਜੀ ਕੁਰਸ਼ੇਤਰ ਵਾਲੇ ਕਥਾਵਾਚ, ਆਪਣੇ ਗਿਆਨੀ ਗੁਰਜਿੰਦਰ ਸਿੰਘ ਜੀ, ਆਪਣਾ ਰਾਗੀ ਜਥਾ ਸਿੰਘ, ਭਾਈ ਨਿਸ਼ਾਨ ਸਿੰਘ ਨੇ ਵੀ ਆਉਣਾ ਹੈ। 5-6 ਜਥੇ ਕੱਲ ਵੀ ਆ ਜਾਣੇ ਨੇ ਤੇ ਸਮਾਗਮ ਸ਼ੁਰੂ ਹੋਵੇਗਾ। ਤੇ ਉਹਦੇ ਵਿੱਚ ਆਪ ਜੀ ਨੇ ਇੱਥੇ ਕਰਕੇ 10-11 ਵਜੇ ਜ਼ਰੂਰ ਪਹੁੰਚ ਜਾਣਾ। ਤੇ ਹੋਰ ਵੀ ਸੰਗਤ ਪਤਾ ਹੀ ਆਪ ਜੀ ਨੂੰ। ਇਸੇ ਤਰ੍ਹਾਂ ਅਗਲੇ ਦਿਨਾਂ ਵਿੱਚ ਆਓ, ਜਿੰਨਾ ਚਿਰ ਪ੍ਰਸ਼ਾਦ ਵਰਤੀਂਦਾ ਉਹਨਾਂ ਚਿਰ ਸਿਮਰਨ ਕਰੀਏ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।